हाँ जी, सत श्री अकाल सारिਆਂ ਨੂੰ। ਅੱਜ ਅਸੀਂ ਕਰਨ ਜਾ ਰਹੇ ਹਾਂ ਜੀ ਗਵਰਨਰ ਜਨਰਲ ਹਿਸਟਰੀ ਦਾ ਪਾਰਟ ਆ। ਲਾਰਡ ਕਲਾਈਵ ਪਹਿਲਾ ਗਵਰਨਰ ਇਹਨੂੰ ਬਣਾਇਆ ਗਿਆ ਸੀਗਾ ਬੰਗਾਲ ਦਾ, ਅਤੇ ਲਾਰਡ ਕੈਨਿੰਗ। ਇਹਦੇ ਤੱਕ ਦਾ ਜਿਹੜਾ ਸਫ਼ਰ ਆ ਉਹ ਇਸ ਵੀਡੀਓ ਦੇ ਜ਼ਰੀਏ ਅਸੀਂ ਤੈਅ ਕਰਾਂਗੇ, ਅਤੇ ਮੇਰੇ ਨਾਲ ਤੁਸੀਂ ਵੀ, ਠੀਕ ਹੈ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਔਰ ਜਿਹੜੇ ਪਹਿਲੀ ਵਾਰੀ ਆਏ ਨੇ ਚੈਨਲ 'ਤੇ ਸਬਸਕ੍ਰਾਈਬ ਕਰ ਲਿਓ। 2 ਦਿਨ ਬਾਕੀ ਨੇ ਤੁਹਾਡੇ, ਪਰ ਹਿੰਮਤ ਨਹੀਂ ਹਾਰਨੀ। 2 ਦਿਨਾਂ ਦੇ ਵਿੱਚ ਹੀ ਆਪਾਂ ਫੱਟੇ ਚੱਕ ਦਿਆਂਗੇ। ਅਤੇ ਕੱਲ੍ਹ ਨੂੰ ਆਪਣੀਆਂ 2 ਜਾਂ 3 ਮੈਰਾਥਨ ਕਲਾਸਿਸ ਹੋਣਗੀਆਂ ਹਿਸਟਰੀ ਦੀਆਂ, ਠੀਕ ਹੈ ਜੀ। ਹਿਸਟਰੀ SST ਦੀਆਂ ਆਪਾਂ ਮਤਲਬ ਕੱਲ੍ਹ ਨੂੰ ਲਾਵਾਂਗੇ ਕਲਾਸਾਂ ਲਾਈਵ ਹੋ ਕੇ। ਲਾਈਵ ਕਲਾਸਾਂ ਕੱਲ੍ਹ ਨੂੰ ਲਾਵਾਂਗੇ, ਉਹਦੇ ਵਿੱਚ ਟੋਟਲੀ ਹਿਸਟਰੀ ਆਪਾਂ ਕੰਪਲੀਟ ਕਰ ਲਾਂਗੇ, ਠੀਕ ਹੈ ਜੀ। ਤੁਹਾਨੂੰ ਪਹਿਲਾਂ ਦੱਸ ਦੇਵਾਂਗੇ, ਗਰੁੱਪ ਦੇ ਵਿੱਚ ਵੀ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਮੈਸੇਜ ਵੀ ਲੱਗ ਜਾਣਾ, ਔਰ ਚੈਨਲ 'ਤੇ ਵੀ ਮੈਂ ਪਾ ਦੇਵਾਂਗਾ ਜਦੋਂ ਵੀ ਲਾਈਵ ਹੋਣਾ ਹੋਇਆ। ਸ਼ਾਮ ਨੂੰ ਹੀ ਹੋਊਗੀ ਕਲਾਸ, ਮੈਰਾਥਨ ਕਲਾਸਿਸ ਹੋਊਗੀ, ਘੰਟੇ ਦੀ ਹੋਵੇ 2 ਘੰਟੇ ਦੀ ਹੋਵੇ, ਟਾਈਮ ਨਹੀਂ ਦੇਖਿਆ ਜਾਣਾ। ਫਿਰ ਇਸ ਲਈ ਮਤਲਬ ਕਵਰ ਕਰਕੇ ਹੀ ਉੱਠਾਂਗੇ, ਹੈ ਨਾ। ਜਿਹੜੀ ਚੀਜ਼ ਨੂੰ ਹੱਥ ਪਾ ਲਾਂਗੇ, ਹੁਣ ਆਪਾਂ ਗਵਰਨਰ ਜਨਰਲ ਦੀ ਬਾਂਹ ਫੜ ਲਈ, ਇਹਨੂੰ ਹੁਣ ਮੰਜ਼ਿਲ ਤੱਕ ਛੱਡ ਕੇ ਆਵਾਂਗੇ ਆਪਾਂ। ਅਤੇ ਤੁਸੀਂ ਬੈਲ ਵਾਲਾ ਆਈਕਨ ਦੱਬ ਲੈਣਾ ਤਾਂ ਕਿ ਵੀਡੀਓ ਕੋਈ ਵੀ ਮਿਸ ਨਾ ਹੋਵੇ। ਸਾਰੀਆਂ ਜ਼ਰੂਰੀ ਵੀਡੀਓ ਹੀ ਆਪਾਂ ਪਾ ਰਹੇ ਹਾਂ, ਅਤੇ ਘੱਟ ਸਮੇਂ ਦੇ ਵਿੱਚ ਹੀ ਆਪਾਂ ਜ਼ਿਆਦਾ ਤੋਂ ਜ਼ਿਆਦਾ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਸੋ ਦੇਰੀ ਨਾ ਕਰਦੇ ਆਪਾਂ ਸ਼ੁਰੂ ਕਰਦੇ ਹਾਂ ਜੀ। ਅਤੇ ਰਾਬਰਟ ਕਲਾਈਵ, ਠੀਕ ਹੈ, 1757 ਦੇ ਵਿੱਚ ਇਹਦੀ ਮਤਲਬ ਨਿਯੁਕਤੀ ਕੀਤੀ ਗਈ। 1760 ਤੱਕ ਰਿਹਾ ਇਹ। ਉਸ ਤੋਂ ਬਾਅਦ ਦੁਬਾਰਾ ਆਇਆ, ਉਦੋਂ ਥੋੜ੍ਹੇ ਸਮੇਂ ਲਈ ਇਹਨੂੰ ਮਤਲਬ ਵਾਪਸ ਬੁਲਾ ਲਿਆ ਸੀ। ਫਿਰ ਇਹ 65 ਤੋਂ 67 ਤੱਕ ਰਿਹਾ, ਠੀਕ ਹੈ ਨਾ। ਅਤੇ ਬੰਗਾਲ ਦਾ ਪਹਿਲਾ ਗਵਰਨਰ ਆ ਇਹ, ਬੰਗਾਲ ਦਾ ਪਹਿਲਾ ਗਵਰਨਰ ਆ, ਠੀਕ ਹੈ ਜੀ। ਭਾਰਤ 'ਚ ਅੰਗਰੇਜ਼ੀ ਸਾਮਰਾਜ ਦਾ ਮੋਢੀ ਆ ਇਹ, ਔਰ ਵੈਰੀ ਇੰਪੋਰਟੈਂਟ। ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਇਹਨੇ ਸ਼ੁਰੂ ਕਰੀ। ਕਿਹਨੇ? ਰਾਬਰਟ ਕਲਾਈਵ ਨੇ। ਇਹ ਜਿਹੜੀ ਮੈਰਾਥਨ ਕਲਾਸ ਕੱਲ੍ਹ ਨੂੰ ਲਾਵਾਂਗੇ ਆਪਾਂ ਹਿਸਟਰੀ ਦੀ, ਉਹਦੇ 'ਚ ਤੁਹਾਨੂੰ ਦੱਸਾਂਗਾ ਵੀ ਕਦੋਂ ਲਾਈ, ਕਿਉਂ ਲਾਈ, ਠੀਕ ਹੈ ਨਾ। ਦੋਹਰੀ ਸ਼ਾਸਨ ਪ੍ਰਣਾਲੀ ਹੁੰਦੀ ਕੀ ਹੈ, ਠੀਕ ਹੈ ਜੀ। ਅਤੇ ਅਵਧ ਦੇ ਨਵਾਬ ਸਜਾਉਦੌਲਾ ਮੁਗਲ ਸਮਰਾਟ ਸ਼ਾਹ ਆਲਮ ਦੂਜੇ ਨਾਲ ਇਲਾਹਾਬਾਦ ਦੀ ਸੰਧੀ। ਇੱਥੋਂ ਹੀ ਘੱਟੋ ਘੱਟ ਤੁਹਾਡੇ 10 ਸਵਾਲ ਨੇ ਜਿਹੜੇ ਕਲੀਅਰ ਹੋ ਗਏ। ਬੰਗਾਲ ਦਾ ਪਹਿਲਾ ਗਵਰਨਰ ਕੌਣ ਸੀ? ਰਾਬਰਟ ਕਲਾਈਵ, ਠੀਕ ਹੈ ਜੀ। ਕਦੋਂ ਤੋਂ ਕਦੋਂ ਰਿਹਾ? 1757 1760। ਭਾਰਤ 'ਚ ਅੰਗਰੇਜ਼ੀ ਸਾਮਰਾਜ ਦਾ ਮੋਢੀ ਕੌਣ ਆ? ਰਾਬਰਟ ਕਲਾਈਵ। ਬੰਗਾਲ 'ਚ ਦੋਹਰੀ ਸ਼ਾਸਨ ਪ੍ਰਣਾਲੀ ਕਿਹਨੇ ਚਲਾਈ? ਰਾਬਰਟ ਕਲਾਈਵ ਨੇ। ਅਤੇ ਇਲਾਹਾਬਾਦ ਦੀ ਸੰਧੀ ਦੇ ਸਮੇਂ ਅੰਗਰੇਜ਼ਾਂ ਵੱਲੋਂ ਮੁਖੀ ਸੀ ਰਾਬਰਟ ਕਲਾਈਵ। ਇਲਾਹਾਬਾਦ ਦੀ ਸੰਧੀ ਹੈ ਜਿਹੜੀ ਹੋਈ ਕਦੋਂ? 1765 ਦੇ ਵਿੱਚ। ਕਿੰਨੇ ਸਵਾਲ ਕਲੀਅਰ ਹੋ ਗਏ ਜੀ? ਬਸ ਐਂ ਫੱਟੇ ਚੱਕਦੇ ਜਾਣਾ ਆਪਾਂ। ਇਹ ਹੋਈ ਸੀ ਅਵਧ ਦੇ ਨਵਾਬ ਸਜਾਉਦੌਲਾ ਅਤੇ ਮੁਗਲ ਸਮਰਾਟ ਸ਼ਾਹ ਆਲਮ ਦੂਜੇ ਨਾਲ। ਸਜਾਉਦੌਲਾ ਅਤੇ ਸਿਰਾਜੂਦੌਲਾ ਦੇ ਵਿੱਚ ਭੁਲੇਖਾ ਨਹੀਂ ਖਾਣਾ, ਠੀਕ ਆ ਨਾ। ਸਿਰਾਜੂਦੌਲਾ ਇਹਨਾਂ ਤੋਂ ਪਹਿਲਾਂ ਸੀ, ਜਿਹਨੂੰ ਧੋਖੇ ਨਾਲ ਮਾਰਦਾ ਸੀ ਜਦੋਂ ਮੀਰ ਜਾਫਰ ਨੇ ਧੋਖਾ ਦਿੱਤਾ ਸੀ। ਕੱਲ੍ਹ ਦੀ ਕਲਾਸ ਦੇ ਵਿੱਚ ਮਤਲਬ ਸਟੋਰੀ ਪੜ੍ਹਾਂਗੇ ਸਾਰੀ ਆਪਾਂ, ਬੇਫਿਕਰ ਰਹੋ ਤੁਸੀਂ। ਜਿਨ੍ਹਾਂ ਨੇ ਹਜੇ ਤੱਕ ਨਹੀਂ ਹੱਥ ਲਾਇਆ ਨਾ, ਉਹਨਾਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ। ਕੱਲ੍ਹ ਨੂੰ ਫੱਟੇ ਚੱਕ ਦਾਂਗੇ ਆਪਾਂ। ਅਤੇ ਅੱਜ ਕਿਸੇ ਕਾਰਨ ਨਹੀਂ ਲਾਈਵ ਹੋ ਰਿਹਾ, ਅਤੇ ਕੱਲ੍ਹ ਨੂੰ ਕਰਾਂਗੇ ਸਾਰਾ ਡਿਟੇਲ ਦੇ ਵਿੱਚ, ਓਕੇ। ਅਤੇ ਵਾਰਨ ਹੇਸਟਿੰਗ ਇਹ ਆ ਗਿਆ ਜੀ 1772 ਦੇ ਵਿੱਚ। 1772 ਤੋਂ 1785 ਬੰਗਾਲ ਦਾ ਪਹਿਲਾ ਗਵਰਨਰ ਜਨਰਲ। ਹੁਣ ਤੁਸੀਂ ਕਹੋਗੇ ਪਹਿਲਾਂ ਉਹ ਵੀ ਸੀ, ਇੱਥੇ ਭੁਲੇਖਾ ਨਹੀਂ ਖਾਣਾ। ਬੰਗਾਲ ਦਾ ਉਹ ਪਹਿਲਾ ਗਵਰਨਰ ਸੀ। ਰਾਬਰਟ ਕਲਾਈਵ ਉਹ ਪਹਿਲਾ ਗਵਰਨਰ ਆ, ਇਹ ਪਹਿਲਾ ਗਵਰਨਰ ਜਨਰਲ ਆ। ਬੰਗਾਲ ਦਾ ਪਹਿਲਾ ਗਵਰਨਰ ਜਨਰਲ ਆ ਵਾਰਨ ਹੇਸਟਿੰਗ, ਠੀਕ ਆ ਨਾ। ਜਿਹੜਾ ਰਾਬਰਟ ਕਲਾਈਵ ਆ ਉਹ ਪਹਿਲਾ ਗਵਰਨਰ ਆ, ਇਹ ਗਵਰਨਰ ਜਨਰਲ ਆ। ਅਤੇ ਦੋਹਰੀ ਸ਼ਾਸਨ ਪ੍ਰਣਾਲੀ ਦਾ ਅੰਤ ਕਰਤਾ ਉਹਨੇ ਲਾਗੂ ਕਰੀ ਸੀ ਰਾਬਰਟ ਕਲਾਈਵ ਨੇ। ਦੋਹਰੀ ਸ਼ਾਸਨ ਪ੍ਰਣਾਲੀ ਦਾ ਅੰਤ ਕਰਤਾ। ਜ਼ਮੀਨ ਨੂੰ ਠੇਕੇ 'ਤੇ ਦੇਣ ਦੀ ਵਿਵਸਥਾ ਕਰੀ ਇਹਨੇ। 1773 ਦਾ ਰੈਗੂਲੇਟਿੰਗ ਐਕਟ
ਇਹ ਬਹੁਤ ਘੈਂਟ ਸਵਾਲ ਆ ਵੀ, ਇਹ ਵੀ ਵਾਰ-ਵਾਰ ਆਉਂਦਾ ਅਤੇ ਤਕਰੀਬਨ ਮੇਰੇ ਖਿਆਲ ਵੀ ਹਰ ਵਾਰ ਇਹ ਆਇਆ ਹੀ ਹੋਣਾ। ਇਹ ਕਲਕੱਤਾ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ, ਠੀਕ ਹੈ ਨਾ। 1773 ਦੇ ਵਿੱਚ ਕਿਹੜਾ ਐਕਟ ਲਾਗੂ ਹੋਇਆ? ਰੈਗੂਲੇਟਿੰਗ ਐਕਟ। ਕਲਕੱਤੇ 'ਚ ਸੁਪਰੀਮ ਕੋਰਟ ਦੀ ਸਥਾਪਨਾ 1774 ਦੇ ਵਿੱਚ ਹੋਈ। ਦੇਖੋ ਐਕਟ ਆ ਜਿਹੜਾ ਉਹ 1773 ਆ, ਐਕਟ ਆ ਜਿਹੜਾ ਐਕਟ ਇਹ 1773 ਆ, ਪਰ ਸੁਪਰੀਮ ਕੋਰਟ ਦੀ ਕਲਕੱਤੇ 'ਚ ਸਥਾਪਨਾ 74 ਦੇ ਵਿੱਚ ਹੋਈ ਆ। ਬਹੁਤ ਬਰੀਕੀ ਨਾਲ ਸਮਝਣਾ ਗੱਲਾਂ ਨੂੰ, ਠੀਕ ਹੈ ਨਾ। ਹੋਰ ਐਵੇਂ ਛੁਰਲੀਆਂ ਛੱਡ ਕੇ ਆ ਜਾਓ ਪੇਪਰ 'ਚ, ਐਂ ਨਹੀਂ ਗੱਲ ਬਣਦੀ। 1784 ਦਾ ਪਿਟਸ ਇੰਡੀਆ ਐਕਟ, ਇਹ ਵੀ ਇਹਦੇ ਦੌਰਾਨ ਹੋਇਆ, ਠੀਕ ਹੈ ਨਾ। ਇਹ ਤੋਂ ਕਿੰਨੇ ਸਵਾਲ ਸਾਡੇ ਕਲੀਅਰ ਹੋ ਗਏ। ਅਤੇ ਅੱਗੇ ਚੱਲਦੇ ਹਾਂ ਜੀ। ਲਾਰਡ ਕਾਰਨਵਾਲਿਸ, ਜਿਹੜਾ ਲਾਰਡ ਕਾਰਨਵਾਲਿਸ ਆ ਇਹ 1786 ਤੋਂ 1793 ਦੇ ਵਿੱਚ, ਠੀਕ ਹੈ, ਬੰਗਾਲ 'ਚ ਸਥਾਈ ਬੰਦੋਬਸਤ ਇਹਨੇ ਚਲਾਇਆ, ਠੀਕ ਹੈ। ਅਤੇ ਭਾਰਤ ਵਿੱਚ ਸਿਵਲ ਸੇਵਾਵਾਂ ਦਾ ਮੋਢੀ, ਇਹ ਬਣਦੀ ਹੈ ਨਾ ਗੱਲ ਇੱਥੇ, ਭਾਰਤ 'ਚ ਸਿਵਲ ਸੇਵਾਵਾਂ ਦਾ ਇਹ ਮੋਢੀ ਆ। ਕਲਕੱਤਾ, ਮੁਰਸ਼ਿਦਾਬਾਦ, ਢਾਕਾ ਅਤੇ ਪਟਨਾ ਵਿੱਚ 4 ਸਰਕਟ ਜਾਂ ਗਸ਼ਤੀ ਅਦਾਲਤਾਂ ਇਹਨਾਂ ਨੇ ਚਲਾਈਆਂ। ਅਦਾਲਤਾਂ ਦੀ ਸਥਾਪਨਾ ਇਹਨੇ ਕਰੀ ਆ ਲਾਰਡ ਕਾਰਨਵਾਲਿਸ ਨੇ। ਇਹਦਾ ਮੇਨ ਜਿਹੜੇ ਮਤਲਬ ਇਹ 2 ਸਵਾਲ ਇਹ ਮੇਨ ਇਹ ਤੋਂ ਬਣਦੇ ਨੇ। ਅਤੇ ਭਾਰਤ ਸਿਵਲ ਸੇਵਾਵਾਂ ਦਾ ਮੋਢੀ ਆ ਇਹ। ਬੰਗਾਲ 'ਚ ਸਥਾਈ ਬੰਦੋਬਸਤ 1793 ਦੇ ਵਿੱਚ ਇਹਨੇ ਚਲਾਇਆ, ਠੀਕ ਹੈ। ਅਤੇ ਅੱਗੇ ਆ ਗਿਆ ਜੀ ਸਰ ਜਾਨ ਸੋਰ 1793 ਤੋਂ 1798। 1793 ਦਾ ਚਾਰਟਰ ਐਕਟ ਲਾਗੂ ਕਰਨਾ, ਇਹ ਕਿਹਨੇ ਕਰਿਆ ਜੀ? ਚਾਰਟਰ ਐਕਟ ਆ ਇਹ, ਠੀਕ ਹੈ, ਸਰ ਜਾਨ ਸੋਰ ਨੇ। ਅਤੇ ਲਾਰਡ ਵੈਲਜ਼ਲੀ, ਬੰਗਾਲ ਦਾ ਟਾਈਗਰ, ਕਿਆ ਬਾਤ ਹੈ ਜੀ, ਬੰਗਾਲ ਦਾ ਟਾਈਗਰ ਕਿਹਾ ਜਾਂਦਾ ਇਹਨੂੰ, ਲਾਰਡ ਵੈਲਜ਼ਲੀ ਨੂੰ। ਲਾਰਡ ਵੈਲਜ਼ਲੀ ਬੰਗਾਲ ਦਾ ਟਾਈਗਰ। ਬੰਗਾਲ ਤੋਂ ਹੋਰ ਮਹਾਨ ਹਸਤੀ ਕਿਹੜੀ ਸੀ? ਇੱਕ ਵੈਸੇ ਤਾਂ ਬਹੁਤ ਸੀ, ਪਰ ਇੱਕ ਹੋਰ ਕਿਹੜੇ? ਰਵਿੰਦਰਨਾਥ ਟੈਗੋਰ, ਠੀਕ ਹੈ, ਉਹ ਵੀ ਬੰਗਾਲ ਦੇ ਸੀਗੇ ਜੀ। ਅਤੇ ਸਹਾਇਕ ਸੰਧੀ ਪ੍ਰਣਾਲੀ ਦੀ ਵਿਵਸਥਾ ਇਹਨੇ ਕਰੀ ਹੈ 1798 'ਚ। ਕਲਕੱਤੇ 'ਚ ਫੋਰਟ ਵਿਲੀਅਮ ਕਾਲਜ ਦੀ ਸਥਾਪਨਾ ਕਰੀ ਜੀ ਇਹਨੇ, ਠੀਕ ਹੈ। ਫੋਰਟ ਵਿਲੀਅਮ, ਇਹ ਫੋਰਟ ਵਿਲੀਅਮ ਕਿਲ੍ਹਾ ਵੀ ਸੀਗਾ, ਇੱਕ ਅੰਗਰੇਜ਼ਾਂ ਨੇ ਬਣਾਇਆ ਸੀ। ਅਤੇ ਇਹ ਫੋਰਟ ਵਿਲੀਅਮ ਕਾਲਜ ਦੀ ਸਥਾਪਨਾ ਕਲਕੱਤੇ 'ਚ ਲਾਰਡ ਵੈਲਜ਼ਲੀ ਨੇ। ਅਤੇ ਉਸ ਤੋਂ ਬਾਅਦ ਆ ਗਿਆ ਜੀ ਸੈਂਸਰਸ਼ਿਪ ਆਫ ਪ੍ਰੈਸ ਐਕਟ 1799, ਚੌਥਾ ਐਂਗਲੋ ਮੈਸੂਰ ਯੁੱਧ, ਇਹ ਵੀ ਇਹਦੇ ਸਮੇਂ ਹੋਇਆ ਜੀ, ਠੀਕ ਹੈ ਜੀ, ਲਾਰਡ ਵੈਲਜ਼ਲੀ। ਅੱਗੇ ਆ ਗਿਆ ਜੀ ਸਰ ਜਾਰਜ ਬਾਰਲੋ 1805 ਤੋਂ 1807 ਦੇ ਵਿੱਚ। ਵੈਲੋਰ ਵਿਦਰੋਹ ਇਹਦੇ ਸਮੇਂ ਹੋਇਆ 10 ਜੁਲਾਈ 1806 ਦੇ ਵਿੱਚ, ਜਿਸ ਵਿੱਚ ਭਾਰਤੀ ਸੈਨਿਕਾਂ ਨੇ ਵੱਡੇ ਪੱਧਰ 'ਤੇ ਅੰਗਰੇਜ਼ਾਂ ਨੂੰ ਕਤਲ ਕਰ ਦਿੱਤਾ, ਠੀਕ ਹੈ ਜੀ। ਕਿਹੜਾ ਵਿਦਰੋਹ ਹੋਇਆ ਜਿਹਦੇ ਵਿੱਚ ਭਾਰਤੀ ਸੈਨਿਕਾਂ ਨੇ ਵੱਡੇ ਪੱਧਰ 'ਤੇ ਬ੍ਰਿਟਿਸ਼ ਸੈਨਿਕਾਂ ਦਾ ਕਤਲ ਕਰ ਦਿੱਤਾ, ਘਾਣ ਕਰ ਦਿੱਤਾ? ਕਿਹਦਾ ਕਰਤਾ ਜੀ? ਕਿਹੜੇ ਵਿਦਰੋਹ ਦੇ ਵਿੱਚ? ਵੈਲੋਰ ਵਿਦਰੋਹ ਦੇ ਵਿੱਚ। ਇਹ ਸਵਾਲ ਇਹ ਤੋਂ ਇੰਪੋਰਟੈਂਟ ਇਹੀ ਬਣਦਾ। ਅਤੇ ਲਾਰਡ ਮਿੰਟੋ 1807 ਤੋਂ 1813 ਦੇ ਵਿੱਚ ਅੰਮ੍ਰਿਤਸਰ ਦੀ ਸੰਧੀ ਹੋਈ ਹੈ ਜਿਹਦੇ ਸਾਹਮਣੇ, ਠੀਕ ਹੈ ਜੀ। ਹਾਂਜੀ, ਅੱਗੇ ਆ ਗਿਆ ਜੀ ਲਾਰਡ ਹੇਸਟਿੰਗ ਆ ਗਿਆ ਜੀ, ਲਾਰਡ ਵਾਰਨ ਹੇਸਟਿੰਗ, ਠੀਕ ਹੈ। ਅਤੇ ਇਹ 1813 ਤੋਂ 1823 10 ਸਾਲ ਰਿਹਾ। ਪ੍ਰੈਸ 'ਤੇ ਲੱਗੀ ਸੈਂਸਰਸ਼ਿਪ ਖਤਮ ਕਰਤੀ ਇਹਨੇ, ਠੀਕ ਹੈ ਜੀ। ਅਤੇ ਰਈਅਤਵਾੜੀ ਅਤੇ ਮਹਿਲਵਾੜੀ ਵਿਵਸਥਾ ਦੀ ਸ਼ੁਰੂਆਤ ਇਹਨੇ ਕਰੀ ਹੈ ਜੀ। ਰਈਅਤਵਾੜੀ ਅਤੇ ਮਹਿਲਵਾੜੀ ਵਿਵਸਥਾ ਦੀ 1813 ਦਾ ਚਾਰਟਰ ਐਕਟ ਪਾਸ ਹੋਣਾ, ਇਹ ਵੀ ਇਹਦੇ ਸਮੇਂ ਹੋਇਆ। 1813 ਦੇ ਵਿੱਚ ਜਦੋਂ ਇਹ ਆ ਗਿਆ, ਹੁਣ ਇਹਦੇ ਸਮੇਂ ਪਾਸ ਹੋਣਾ ਸੀ ਇਹ ਨਾ, ਸਮਝ ਕੇ ਗੱਲ। ਅਤੇ ਅੱਗੇ ਆ ਗਿਆ ਜੀ ਲਾਰਡ ਐਮਹਾਰਟਸ 1823 ਤੋਂ 28 ਤੱਕ, ਪਹਿਲਾ ਐਂਗਲੋ ਬਰਮਾ ਯੁੱਧ ਇਹਦੇ ਸਮੇਂ ਹੋਇਆ, ਠੀਕ ਹੈ ਜੀ। ਅੱਗੇ ਆ ਗਿਆ ਜੀ ਲਾਰਡ ਵਿਲੀਅਮ ਬੈਂਟਿਕ, ਇਹ ਬੜਾ ਹੀ ਮਹੱਤਵਪੂਰਨ, ਠੀਕ ਹੈ, ਲਾਰਡ ਵਿਲੀਅਮ, ਇਹ ਵੈਰੀ ਇੰਪੋਰਟੈਂਟ ਆ, ਠੀਕ ਹੈ ਜੀ। ਬੰਗਾਲ ਦਾ ਅੰਤਮ ਗਵਰਨਰ ਜਨਰਲ ਆ ਇਹ, ਬੰਗਾਲ ਦਾ ਅੰਤਮ ਗਵਰਨਰ ਜਨਰਲ ਆ ਲਾਰਡ ਵਿਲੀਅਮ ਬੈਂਟਿਕ, ਭਾਰਤ ਦਾ ਪਹਿਲਾ ਗਵਰਨਰ ਜਨਰਲ ਆ।
ਬੰਗਾਲ ਦਾ ਅੰਤਮ ਗਵਰਨਰ ਜਨਰਲ, ਬੰਗਾਲ ਦਾ ਅੰਤਮ ਆ ਇਹ ਗਵਰਨਰ ਜਨਰਲ, ਠੀਕ ਆ। ਭਾਰਤ ਦਾ ਪਹਿਲਾ, ਇੱਥੇ ਬੰਗਾਲ ਵਾਲਾ ਖ਼ਤਮ ਕਰਤਾ, ਜਿਹੜਾ ਬੰਗਾਲ ਵਾਲਾ ਕੰਮ ਸੀ ਉਹਨੂੰ ਕਰਤਾ ਖ਼ਤਮ, ਵੀ ਬੰਗਾਲ ਦਾ ਗਵਰਨਰ ਜਨਰਲ ਉਹ ਹੁਣ ਭਾਰਤ ਦਾ ਗਵਰਨਰ ਜਨਰਲ ਹੋਊਗਾ, ਠੀਕ ਆ। 1828 ਤੋਂ 1835 ਇਹਦਾ ਕਾਰਜਕਾਲ ਆ ਲਾਰਡ ਵਿਲੀਅਮ ਬੈਂਟਿਕ ਦਾ। ਅਤੇ ਅੱਗੇ ਜੀ ਗੱਲ ਆ ਗਈ ਜਿਊਰੀ ਪ੍ਰਥਾ ਦੀ 1832 ਦੇ ਵਿੱਚ। ਕਲਕੱਤੇ ਵਿੱਚ ਪਹਿਲਾ ਮੈਡੀਕਲ ਕਾਲਜ 1835 ਦੇ ਵਿੱਚ ਇਹਨੇ ਬਣਾਇਆ ਲਾਰਡ ਵਿਲੀਅਮ ਬੈਂਟਿਕ ਨੇ। ਸਤੀ ਪ੍ਰਥਾ ਦਾ ਖਾਤਮਾ ਕਰਤਾ ਜੀ 4 ਦਸੰਬਰ 1829 ਨੂੰ। ਕਿਹਦੇ ਜਿੱਤਣਾ ਸਦਕਾ? ਰਾਜਾ ਰਾਮ ਮੋਹਨ ਰਾਏ, ਰਾਜਾ ਰਾਮ ਮੋਹਨ ਰਾਏ ਦੇ ਯਤਨਾਂ ਦੇ ਸਦਕਾ ਖਾਤਮਾ ਕਰਤਾ ਇਹਨੇ ਸਤੀ ਪ੍ਰਥਾ ਦਾ 1829 ਦੇ ਵਿੱਚ 4 ਦਸੰਬਰ 1829, ਠੀਕ ਆ। ਸ਼ਾਂਤੀ ਦਾ ਕਾਲ ਕਿਹਾ ਜਾਂਦਾ ਕਿਉਂਕਿ ਕੋਈ ਵੀ ਯੁੱਧ ਨਹੀਂ ਹੋਇਆ ਇਹਦੇ ਸਮੇਂ। ਸ਼ਾਂਤੀ ਦਾ ਕਾਲ ਕਿਹੜੇ ਮਤਲਬ ਗਵਰਨਰ ਜਨਰਲ ਦੇ ਸਮੇਂ ਕਿਹਾ ਜਾਂਦਾ ਕਿਹੜੇ ਨੂੰ? ਇਹ ਲਾਰਡ ਵਿਲੀਅਮ ਬੈਂਟਿਕ, ਠੀਕ ਹੈ ਜੀ। ਅਤੇ ਅੱਗੇ ਆ ਗਿਆ ਜੀ ਚਾਰਲਸ ਮੈਟਕਾਫ 1835 1837। ਮੈਟਕਾਫ ਇਹਨੇ ਕੀ ਕਰਿਆ ਜੀ? ਭਾਰਤੀ ਪ੍ਰੈਸ ਨੂੰ ਸੁਤੰਤਰਤਾ ਦੇ ਦਿੱਤੀ, ਮੁਕਤੀਦਾਤਾ। ਜਿਹੜੀਆਂ ਬੰਦਿਸ਼ਾਂ ਸੀ ਉਹਦੇ 'ਤੇ ਪਾਬੰਦੀਆਂ ਲੱਗੀਆਂ ਹੋਈਆਂ ਸੀ, ਉਹ ਪਾਬੰਦੀਆਂ ਇਹਨੇ ਹਟਾਤੀਆਂ। ਭਾਰਤੀ ਪ੍ਰੈਸ ਦਾ ਮੁਕਤੀਦਾਤਾ ਕਿਹਾ ਜਾਂਦਾ ਇਸੇ ਕਰਕੇ ਇਹਨੂੰ। ਅਗਲਾ ਸਵਾਲ ਹੈ ਜੀ ਲਾਰਡ ਆਕਲੈਂਡ 1837 ਤੋਂ 1842। ਪਹਿਲਾ ਐਂਗਲੋ ਅਫਗਾਨ ਯੁੱਧ ਅਤੇ ਵਪਾਰਕ ਉਦਯੋਗਾਂ ਦਾ ਵਧੇਰੇ ਪ੍ਰਸਾਰ ਇਹਦੇ ਸਮੇਂ ਹੋਇਆ, ਲਾਰਡ ਆਕਲੈਂਡ ਸਮੇਂ। ਕਿੰਨੇ ਯੁੱਧ ਹੋਏ ਨੇ, ਕਿਹਦੇ ਨਾਲ ਹੋਏ ਨੇ, ਕਦੋਂ ਹੋਇਆ, ਕਿਹੜੇ ਸਥਾਨ 'ਤੇ, ਕਿਹੜੀ ਨਦੀ ਦੇ ਕਿਨਾਰੇ। ਇਹ ਕੱਲ੍ਹ ਵਾਲੀਆਂ ਜਿਹੜੀਆਂ ਮੈਰਾਥਨ ਕਲਾਸਾਂ ਲੱਗਣੀਆਂ ਨੇ ਨਾ ਆਪਣੀਆਂ ਪੇਪਰ ਤੋਂ ਪਹਿਲਾਂ ਤੱਕ, ਜਿਹੜੀਆਂ ਲਾਵਾਂਗੇ ਆਪਾਂ 2 ਲੱਗੀਆਂ 4 ਲੱਗੀਆਂ, ਕੋਸ਼ਿਸ਼ ਕਰਾਂਗੇ ਜਿੰਨੀਆਂ ਵੀ ਲੱਗੀਆਂ, ਘੰਟੇ 2 ਘੰਟੇ 3 ਘੰਟੇ ਦੀ ਵੀ ਹੋਊਗੀ, ਠੀਕ ਹੈ ਨਾ। ਫਿਰ ਉਹ ਚੀਜ਼ ਦੀ ਨਹੀਂ ਪਰਵਾਹ ਕਰੀ ਜਾਣੀ, ਉਹ ਤੁਸੀਂ ਬਸ ਫਿਰ ਤਾਂ ਬੈਠ ਜਾਣਾ ਚੌਂਕੜੀ ਮਾਰ ਕੇ, ਕਾਪੀ ਪੈਨ ਚੱਕ ਕੇ ਫਟਾਫਟ ਉਹਨੂੰ ਨੋਟ ਕਰਦੇ ਜਾਣਾ, ਅਤੇ ਮਤਲਬ ਉਹਦੇ ਬਾਅਦ ਵਿੱਚ ਦੁਹਰਾਈ ਕਰ ਲੈਣਾ ਸਾਰਾ ਹੀ, ਮਤਲਬ ਡਿਟੇਲ ਦੇ ਵਿੱਚ ਸਾਰੀਆਂ ਚੀਜ਼ਾਂ ਆਪਾਂ ਅਪਲੋਡ ਕਰ ਦਾਂਗੇ, ਠੀਕ ਹੈ ਨਾ। ਪੇਪਰ ਤੋਂ ਪਹਿਲਾਂ ਸਾਰੀ ਤੁਹਾਡੀ ਦੁਹਰਾਈ ਕਰਾ ਦਾਂਗੇ ਬਿਲਕੁਲ ਸੌਖੇ ਢੰਗ ਦੇ ਨਾਲ। ਅਤੇ ਜਿਹੜੀਆਂ 6ਵੀਂ ਤੋਂ ਲੈ ਕੇ 8ਵੀਂ ਤੱਕ ਦੀਆਂ ਨੇ, ਮਤਲਬ ਜਿਹੜੇ ਇੰਪੋਰਟੈਂਟ ਸਵਾਲ ਬਣਦੇ ਨੇ ਉਹਨਾਂ ਕਿਤਾਬਾਂ 'ਚੋਂ 6ਵੀਂ 7ਵੀਂ 8ਵੀਂ ਦੀ, ਉਹਦੇ PDF ਪੈ ਚੁੱਕੀ ਆ। 700 ਤੋਂ 800 ਕੁਐਸਚਨ ਉਹਦੇ ਵਿੱਚ ਆਲਰੇਡੀ ਪਏ ਨੇ, ਜਿਹੜੇ PTET ਦੇ ਵਿੱਚ ਪਹਿਲਾਂ ਵਾਰ ਰਿਪੀਟ ਵੀ ਹੁੰਦੇ ਆਏ ਨੇ, ਠੀਕ ਆ ਨਾ। ਪਲੇਲਿਸਟ ਬਣੀ ਵੀ ਆ 16 ਵੀਡੀਓ ਦੀ, ਉਹਨੂੰ ਜਾ ਕੇ ਚੈੱਕ ਕਰੋ। ਇਕੱਲੀ ਵੀਡੀਓ ਨੂੰ ਦੇਖੋ ਜ਼ਰੂਰ, ਧਿਆਨ ਨਾਲ ਸੁਣੋ, ਅਤੇ ਉਸ ਤੋਂ ਬਾਅਦ ਦੁਬਾਰੇ ਵੀ ਦੇਖਿਓ, ਠੀਕ ਹੈ ਨਾ। ਇੱਕੋ ਵਾਰ 'ਚ ਬਹੁਤ ਸਾਰੇ ਸਵਾਲਾਂ ਦੇ ਜਵਾਬ ਨੇ ਮਾਈਂਡ 'ਚੋਂ ਸਕਿੱਪ ਹੋ ਜਾਂਦੇ ਆ ਜਿਹੜੇ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਆਈਕਨ ਜ਼ਰੂਰ ਦੱਬ ਲਓ, ਠੀਕ ਹੈ ਨਾ। ਕੋਈ ਟੈਕਸ ਨਹੀਂ ਇਹਦੇ ਪਿੱਛੇ ਆਪਣਾ ਲੱਗਣਾ ਹੈਗਾ, ਬਿਲਕੁਲ ਫਰੀ ਕਲਾਸਾਂ ਨੇ। ਅਤੇ ਕੋਈ ਵੀਡੀਓ ਮਿਸ ਨਾ ਹੋ ਜੇ ਤੁਹਾਡੇ ਤੋਂ, ਠੀਕ ਹੈ ਨਾ। ਬੈਲ ਆਈਕਨ ਦਾ ਇਹੀ ਮਤਲਬ ਆ। ਅਤੇ ਵੀਡੀਓ ਨੂੰ ਸ਼ੇਅਰ ਕਰਨ ਦੇ ਵਿੱਚ ਕੰਜੂਸੀ ਨਹੀਂ ਕੋਈ ਕਰਨੀ। ਆਕਲੈਂਡ ਹੋ ਗਿਆ ਜੀ। ਲਾਰਡ ਐਲਨਬਰੋ 'ਤੇ ਆ ਜਾਓ। 1842 ਤੋਂ 1844 ਅੰਗਰੇਜ਼ਾਂ ਦਾ ਸਿੰਧ ਉੱਤੇ ਕਬਜ਼ਾ, ਅੰਗਰੇਜ਼ਾਂ ਦਾ ਸਿੰਧ 'ਤੇ ਕਬਜ਼ਾ। ਅੱਛਾ, ਜਦੋਂ ਸਿੰਧ 'ਤੇ ਹਮਲਾ ਕਰਿਆ ਸੀ ਕਿਹਨੇ? ਗਜ਼ਨਵੀ ਨੇ। ਉਦੋਂ ਸਿੰਧ ਦਾ ਕੌਣ ਸੀਗਾ ਸ਼ਾਸਕ? ਗਜ਼ਨਵੀ ਨੇ, ਮਹਿਮੂਦ ਗਜ਼ਨਵੀ ਨੇ। ਕੱਲ੍ਹ ਵਾਲੀ ਕਲਾਸ ਦਾ ਤੁਹਾਨੂੰ ਪੜ੍ਹਾਈ ਦੇਣਾ ਇਹ, ਠੀਕ ਹੈ। ਇਹ ਕਰਿਆ, ਸਿੰਧ ਦਾ ਸ਼ਾਸਕ ਸੀ ਉਦੋਂ ਗਜ਼ਨਵੀ ਦੇ ਹਮਲੇ ਸਮੇਂ ਕੌਣ ਸੀਗਾ ਜੀ? ਦਾਹਿਰ, ਠੀਕ ਆ। ਮੈਂ ਕਿਹਾ ਫੱਟੇ ਚੱਕ ਦਾਂਗੇ, ਪਰਵਾਹ ਨਾ ਕਰੋ। ਕੱਲ੍ਹ ਵਾਲੀ ਕਲਾਸ ਤੁਸੀਂ ਮਿਸ ਨਹੀਂ ਕਰਨੀ ਬਸ, ਠੀਕ ਹੈ ਨਾ। ਚੈਨਲ ਦੇ ਨਾਲ ਆ ਜਿਹੜਾ ਜੁੜੇ ਰਹਿਣਾ, ਅਤੇ ਲਿੰਕ ਵੀ ਤੁਹਾਨੂੰ ਆਪਾਂ ਭੇਜ ਦਾਂਗੇ। ਨੋਟੀਫਿਕੇਸ਼ਨ ਤੁਹਾਡੇ ਕੋਲ ਆਈ ਜਾਣਾ, ਅਤੇ ਜਿਹੜੇ ਗਰੁੱਪ 'ਚ ਜੁੜੇ ਹੋਏ ਨੇ WhatsApp ਦੇ ਨਾਲ, ਅਤੇ ਉਹਨਾਂ ਨੂੰ ਵੀ ਮਤਲਬ ਉਹ ਮਿਲ ਹੀ ਜਾਣਾ ਆਪਣਾ ਨੋਟੀਫਿਕੇਸ਼ਨ। ਸੋ ਆ ਜੀ ਲਾਰਡ ਡਲਹੌਜੀ 'ਤੇ, ਇਹ ਵੀ ਬੜਾ ਹੀ ਇੰਪੋਰਟੈਂਟ ਆ ਜੀ। ਲਾਰਡ ਡਲਹੌਜੀ ਲੈਫਟ ਦੀ ਨੀਤੀ, ਜਿਹਨੇ ਹੜੱਪ ਨੀਤੀ ਕਿਹਾ ਜਾਂਦਾ ਜਿਹਨੂੰ, ਇਹਨੇ ਰਾਜਾਂ ਨੂੰ ਹੜੱਪਣਾ ਸ਼ੁਰੂ ਕਰਤਾ ਸੀ, ਮਤਲਬ ਵਿਸਤਾਰ ਕਰਨ ਦੇ ਲਈ ਅੰਗਰੇਜ਼ੀ ਸਾਮਰਾਜ ਦਾ। 1848 ਇਹਦਾ ਕਾਰਜਕਾਲ ਤੁਹਾਨੂੰ ਯਾਦ ਹੋਣਾ ਲਾਜ਼ਮੀ ਹੈ। 1848 ਤੋਂ 1856, ਠੀਕ ਹੈ ਜੀ। ਰੇਲ, ਡਾਕ, ਤਾਰ ਸੇਵਾਵਾਂ ਇਹਨਾਂ ਦਾ ਇਹ ਪਿਤਾਮਾ ਗਾ, ਠੀਕ ਹੈ ਜੀ।
ਇਹਨੇ ਸ਼ੁਰੂ ਕਰੀਆਂ ਨੇ। ਇਹ ਮੁਕਾਬਲੇ ਦੀ ਪ੍ਰੀਖਿਆ ਦੀ ਸ਼ੁਰੂਆਤ ਇਹਨੇ ਕਰੀ ਆ 1853 ਦੇ ਵਿੱਚ। ਮਨੁੱਖੀ ਬਲੀ ਦੀ ਪ੍ਰਥਾ ਦਾ ਖਾਤਮਾ, ਠੀਕ ਆ, 1854 'ਚ ਇਹ ਕਰਤਾ ਇਹਨੇ। ਬਹੁਤ ਇਹ ਵਧੀਆ ਕੰਮ ਕਰੇ ਨੇ ਤਾਂ ਇਹਨੇ। ਅਤੇ ਜਿੱਥੇ ਦੇਖੋ ਕੋਈ ਇਹਨਾਂ ਦਾ ਮਤਲਬ ਨੁਕਸਾਨ ਬੜੇ ਇਹਨਾਂ ਨੇ ਕਰੇ ਨੇ। ਸਾਡਾ ਬੜਾ ਸਾਰਾ ਧਨ ਦੌਲਤ ਸਾਡੀ ਇੰਡੀਆ 'ਚ ਉੱਧਰ ਲੈ ਗਏ, ਹੈ ਨਾ। ਅਤੇ ਮਾੜੇ ਕਰਮ ਵੀ ਬੜੇ ਇਹਨਾਂ ਨੇ ਕਰੇ ਆ, ਪਰ ਬਹੁਤ ਸਾਰੀਆਂ ਚੰਗੀਆਂ ਗੱਲਾਂ ਨੇ। ਜਿਹੜਾ ਚੰਗਾ ਪੱਖ ਇਹਨਾਂ ਦਾ ਉਹਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਬਹੁਤ ਮਤਲਬ ਇਹਨਾਂ ਦੇ ਸ਼ਲਾਘਾਯੋਗ ਉਪਰਾਲੇ ਨੇ, ਠੀਕ ਹੈ ਨਾ। ਅਤੇ ਲੈਪਸ ਦਾ ਸਿਧਾਂਤ, ਲੈਪਸ ਦਾ ਸਿਧਾਂਤ ਇਹ ਮਤਲਬ ਜਿਹਦੇ ਰਾਜੇ ਰਾਣੀ ਦੇ ਕੋਈ ਪੁੱਤਰ ਨਹੀਂ ਸੀ ਹੁੰਦਾ, ਹੈ ਨਾ, ਉਹਦਾ ਜਿਹੜਾ ਸਾਮਰਾਜ ਸੀਗਾ ਸਾਰਾ, ਇਹਨੂੰ ਗੋਦ ਲੈਣ ਦਾ ਕੋਈ ਪੁੱਤਰ ਗੋਦ ਲੈਣ ਦਾ ਅਧਿਕਾਰ ਨਹੀਂ ਸੀ। ਇਹਦਾ ਸਾਰਾ ਸਾਮਰਾਜ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਸੀ, ਠੀਕ ਹੈ ਨਾ। ਲੈਪਸ ਦਾ ਸਿਧਾਂਤ। ਅਤੇ ਅੱਗੇ ਆ ਗਈ ਜੀ ਗੱਲ ਲਾਰਡ ਕੈਨਿੰਗ ਦੀ। ਲਾਰਡ ਕੈਨਿੰਗ ਵੀ ਬੜਾ ਇੰਪੋਰਟੈਂਟ ਹੈ ਜੀ, ਕਿਉਂਕਿ ਭਾਰਤ ਦਾ ਅੰਤਮ ਗਵਰਨਰ ਜਨਰਲ ਆ ਇਹ। ਭੁਲੇਖਾ ਨਹੀਂ ਖਾਣਾ, ਗਵਰਨਰ ਜਨਰਲ ਦੇ ਵਿੱਚ ਮੈਂ ਤੁਹਾਨੂੰ ਵਾਰ-ਵਾਰ ਕਹਿਣਾ, ਗਵਰਨਰ ਬੰਗਾਲ ਦਾ ਪਹਿਲਾ ਲਾਰਡ ਕਲਾਈਵ ਆ, ਠੀਕ ਹੈ ਨਾ। ਇਹ ਭਾਰਤ ਦਾ ਅੰਤਮ ਗਵਰਨਰ ਜਨਰਲ ਆ, ਭਾਰਤ ਦਾ। ਅਤੇ ਇਹ ਤੋਂ ਬਾਅਦ ਗੱਲ ਆ ਗਈ ਜੀ, ਭਾਰਤ ਦਾ ਅੰਤਮ ਗਵਰਨਰ ਜਨਰਲ ਆ। ਕਹਿੰਦੇ ਇਹ ਭਾਰਤ ਦਾ ਪਹਿਲਾ ਵਾਇਸਰਾਏ ਆ। ਲਓ ਜੀ, ਇੱਥੇ ਇਹਨਾਂ ਨੇ ਗਵਰਨਰ ਜਨਰਲ ਦੇ ਵੀ ਗੋਲੀ ਮਾਰੀ, ਮਤਲਬ ਉਵੇਂ ਨਹੀਂ ਗੋਲੀ ਮਾਰੀ ਵੀ ਗਵਰਨਰ ਜਨਰਲ ਦਾ ਵੀ ਉਹਦਾ ਖ਼ਤਮ ਕਰਤਾ। ਗਵਰਨਰ ਜਨਰਲ ਨੂੰ ਇਹਨਾਂ ਨੇ ਕੀ ਕਰਤਾ, ਬਦਲਤਾ ਗਵਰਨਰ ਜਨਰਲ ਦਾ ਉਹਦਾ ਕਾਹਦੇ 'ਚ, ਵਾਇਸਰਾਏ 'ਚ। ਹੁਣ ਮਤਲਬ ਕੀ ਸੀ, ਭਾਰਤ ਦਾ ਜਿਹੜਾ ਗਵਰਨਰ ਜਨਰਲ ਜਿਹਨੂੰ ਹੁਣ ਤੱਕ ਆਪਾਂ ਬੁਲਾਉਂਦੇ ਸੀ, ਉਹਨੂੰ ਹੁਣ ਉਹਨੂੰ ਭਾਰਤ ਦਾ ਵਾਇਸਰਾਏ ਬੁਲਾਇਆ ਜਾਊਗਾ, ਠੀਕ ਹੈ ਜੀ। 1857 ਦਾ ਵਿਦਰੋਹ ਇਹਦੇ ਸਮੇਂ ਹੋਇਆ। ਇਹ ਵੱਡੀ ਗੱਲ ਹੈ, ਇਹ ਵੀ ਇੰਪੋਰਟੈਂਟ ਗੱਲ ਆ ਜੀ। ਲਾਰਡ ਕੈਨਿੰਗ ਦੇ ਸਮੇਂ 1857 ਦਾ ਵਿਦਰੋਹ ਹੋਇਆ। ਬੜੇ ਸਵਾਲੇ ਤੋਂ ਬਣਦੇ ਨੇ। ਕਲਕੱਤਾ, ਬੰਬਈ, ਮਦਰਾਸ ਯੂਨੀਵਰਸਿਟੀਆਂ ਦੀ ਸਥਾਪਨਾ ਇਹਨੇ ਕਰੀ, ਠੀਕ ਹੈ। ਕਲਕੱਤਾ, ਬੰਬਈ, ਮਦਰਾਸ 1857 ਦੇ ਵਿੱਚ, ਠੀਕ ਆ। ਉੱਧਰ ਵਿਦਰੋਹ ਹੋਈ ਜਾਂਦਾ, ਇੱਧਰ ਯੂਨੀਵਰਸਿਟੀ ਦੀ ਸਥਾਪਨਾ ਵੀ ਹੋਈ ਜਾਂਦੀ ਹੈ। ਅਤੇ ਇੰਡੀਅਨ ਕਾਊਂਸਲ ਐਕਟ 1861, ਜਰਨਲ ਸਰਵਿਸ ਇਨਲਿਸਟਮੈਂਟ ਐਕਟ 1856, ਇੰਨੇ ਕੰਮ ਇਹਦੇ ਸਮੇਂ ਹੋਏ ਨੇ। ਇਹਦਾ ਤੁਸੀਂ ਧਿਆਨ ਰੱਖਣਾ। ਅੱਗੇ ਆ ਗਈ ਜੀ ਗੱਲ, ਹੁਣ ਲਾਰਡ ਕੈਨਿੰਗ 'ਤੇ ਪਹੁੰਚ ਗਏ ਆਪਾਂ, ਠੀਕ ਹੈ। ਅਤੇ ਇਹਨੇ ਹੋਰ ਕੀ ਕੀ ਕਰਿਆ, ਗੱਲਾਂ ਬਾਤਾਂ ਜਿਹੜੀਆਂ ਨੇ ਲਾਰਡ ਕੈਨਿੰਗ ਨੇ। ਭਾਰਤ ਦਾ ਅੰਤਮ ਗਵਰਨਰ ਜਨਰਲ ਆ, ਇਹ ਤੁਹਾਨੂੰ ਦੱਸਤਾ। ਅਤੇ ਭਾਰਤ ਦਾ ਪਹਿਲਾ ਇਹ ਵਾਇਸਰਾਏ ਆ, ਠੀਕ ਆ। ਗਵਰਨਰ ਜਨਰਲ ਦਾ ਉਹਦਾ ਇੱਥੇ ਖਤਮ ਕਰਤਾ ਸੀਗਾ। ਲੈਪਸ ਦੀ ਨੀਤੀ ਦਾ ਵੀ ਇਹਨੇ ਅੰਤ ਕਰਤਾ। ਕਿਹਨੇ, ਲਾਰਡ ਕੈਨਿੰਗ ਨੇ ਲੈਪਸ ਦੀ ਨੀਤੀ ਦਾ ਅੰਤ ਕਰਤਾ। ਅਤੇ ਜਿਹੜੀ ਲਾਰਡ ਡਲਹੌਜੀ ਨੇ ਸ਼ੁਰੂ ਕਰੀ ਸੀ। ਇੰਡੀਅਨ ਕਾਊਂਸਲ ਐਕਟ 1861, ਇਹ ਵੀ ਇਹਦੇ ਸਮੇਂ ਆਇਆ। ਬੰਬਈ, ਕਲਕੱਤਾ, ਮਦਰਾਸ ਯੂਨੀਵਰਸਿਟੀ ਦੀ ਸਥਾਪਨਾ 1857 ਦੇ ਵਿੱਚ ਹੋਊਗੀ। ਇਹ ਆਪਾਂ ਪੜ੍ਹ ਹੀ ਲਿਆ ਪਿੱਛੇ ਨਾ, ਜਰਨਲ ਸਰਵਿਸ ਇਨਲਿਸਟਮੈਂਟ ਐਕਟ 1856। ਅਤੇ ਇੱਧਰ ਨਵੀਂ ਗੱਲ ਆਹੀ ਆਈ ਹੈ ਇਕੱਲੀ ਵੀ ਲੈਪਸ ਦੀ ਨੀਤੀ ਦਾ ਇਹਨੇ ਖਾਤਮਾ ਕਰਤਾ, ਜਿਹੜੀ ਲਾਰਡ ਡਲਹੌਜੀ ਨੇ ਸ਼ੁਰੂ ਕੀਤੀ ਸੀ। ਅੱਗੇ ਆ ਗਿਆ ਜੀ ਲਾਰਡ ਐਲਗਿਨ, 1862 1863 ਵਹਾਬੀ ਅੰਦੋਲਨ ਹੋਇਆ ਇਹਦੇ ਸਮੇਂ। ਲਾਰਡ ਲਾਰੈਂਸ ਆ ਗਿਆ ਜੀ 64 ਤੋਂ 69 ਤੱਕ। ਬੰਬਈ, ਕਲਕੱਤਾ, ਮਦਰਾਸ ਹਾਈ ਕੋਰਟ ਦੀ ਸਥਾਪਨਾ ਹੋ ਗਈ, ਠੀਕ ਹੈ। ਇਹੀ ਤਿੰਨ ਸ਼ਹਿਰ ਨੇ। ਦੇਖੋ ਇੱਥੇ ਹੀ ਲਾਰਡ ਕੈਨਿੰਗ ਹੈ ਜਿਹੜਾ ਯੂਨੀਵਰਸਿਟੀਆਂ ਸਥਾਪਿਤ ਕਰ ਰਿਹਾ, ਠੀਕ ਹੈ। 1857 ਦੇ ਵਿੱਚ ਲਾਰਡ ਕੈਨਿੰਗ ਇੱਥੇ ਹੀ ਬੰਬਈ, ਕਲਕੱਤਾ, ਮਦਰਾਸ ਦੇ ਵਿੱਚ ਹੀ 1865 ਦੇ ਵਿੱਚ ਇੱਥੇ ਹੀ ਕੀ ਕਰਦਾ, ਹਾਈ ਕੋਰਟ ਦੀ ਸਥਾਪਨਾ ਕਰਦਾ। ਕੌਣ, ਲਾਰਡ ਲਾਰੈਂਸ, ਠੀਕ ਹੈ। ਅਤੇ ਲਾਰਡ ਮੇਓ, ਇਹ ਇੱਕ ਮਾਤਰ ਇਹੋ ਜਿਹਾ ਗਵਰਨਰ ਜਿਹੜਾ ਵਾਇਸਰਾਏ ਚੱਲ ਰਹੇ ਨਾ ਉਦੋਂ ਬਾਅਦ ਤਾਂ, ਜਿਹਦਾ ਆਪਦੇ ਕਾਰਜਕਾਲ ਦੇ ਸਮੇਂ ਹੀ ਕਤਲ ਕਰ ਦਿੱਤਾ ਗਿਆ ਸੀ, ਠੀਕ ਹੈ। ਇੱਕ ਵਾਇਸਰਾਏ ਜਿਸਦਾ ਇੱਕ ਪਠਾਨ ਦੁਆਰਾ ਦਫ਼ਤਰ ਵਿੱਚ ਕਤਲ ਕਰ ਦਿੱਤਾ ਗਿਆ ਸੀਗਾ। ਅਤੇ ਇਹਦਾ ਕਾਰਜਕਾਲ ਕੀ ਹੈ ਜੀ, 1869 ਤੋਂ 72 ਤੱਕ,
ਤੇ ਤਾਂ ਹੋਰ ਵੀ ਵਿਚਾਰੇ ਨੇ ਜਿਉਣਾ ਸੀ, ਅਤੇ ਪਹਿਲਾਂ ਹੀ ਇਹਦਾ ਕਤਲ ਕਰਤਾ। ਰਾਜਕੋਟ ਕਾਲਜ ਕਾਠੀਆਵਾੜ ਦੀ ਸਥਾਪਨਾ ਇਹਨੇ ਕਰੀ। ਭਾਰਤ ਦੀ ਪਹਿਲੀ ਜਨਗਣਨਾ, ਜਿਹੜੀ ਗੱਲ ਨਿਕਲ ਕੇ ਆਈ ਹੈ ਨਾ ਇਹਦੇ 'ਚੋਂ, ਉਹ ਆਹ ਗਈ। ਭਾਰਤ ਦੀ ਪਹਿਲੀ ਜਨਗਣਨਾ 1871 ਦੇ ਵਿੱਚ ਹੋਈ ਆ। ਇਹ ਯਾਦ ਰੱਖਣਾ ਵੀ ਇਹ ਨਿਯਮਤ ਤੌਰ 'ਤੇ ਨਹੀਂ ਹੈਗੀ। ਇਹ ਸਵਾਲ ਆ ਵੀ ਨਿਯਮਤ ਤੌਰ 'ਤੇ ਕਦੋਂ ਹੋਈ? ਨਿਯਮਤ ਤੌਰ 'ਤੇ ਬਾਅਦ 'ਚ ਹੋਣੀ ਸ਼ੁਰੂ ਹੋਈ ਆ, ਉਹ ਕੱਲ੍ਹ ਵਾਲੀ ਕਲਾਸ 'ਚ ਦੱਸਾਂਗੇ। ਇਹ ਜਿਹੜੀ ਪਹਿਲਾਂ ਕਰਾਈ ਸੀ ਸਭ ਤੋਂ ਪਹਿਲੀ ਵਾਰੀ, ਵੀ ਉਹ ਮੋਟਾ ਮੋਟਾ ਜਿਹਾ ਗਣ ਓਏ, ਲਾਰਡ ਮੇਓ ਕਹਿੰਦਾ ਇਹ 1871 'ਚ ਫਿਰ ਗਿਣਿਆ ਇਹਨਾਂ ਨੇ, ਠੀਕ ਆ ਨਾ। ਇਹਦਾ ਵਿਚਾਰੇ ਦਾ ਕਤਲ ਕਰਤਾ, ਬਹੁਤ ਮਾੜੀ ਗੱਲ ਹੋਈ। ਚਲੋ ਅੱਗੇ ਆ ਗਈ ਜੀ ਗੱਲ ਲਾਰਡ ਨਾਰਬਰੁੱਕ, ਨਾਰਥਬਰੁੱਕ। ਥੱਥਾ ਬੱਬਾ ਇੱਕੋ ਜਿਹੇ ਬਣਾਏ ਪਏ ਪਤੰਦਰਾਂ ਨੇ। 1872 ਦੀ ਗੱਲ ਆ ਗਈ ਜੀ ਹੁਣ। 1872 ਅਤੇ 1876 ਪ੍ਰਿੰਸ ਆਫ ਵੇਲਜ਼ ਦਾ ਭਾਰਤ ਆਉਣਾ। ਕਦੋਂ ਆਏ ਜੀ? 1875 ਦੇ ਵਿੱਚ। ਪ੍ਰਿੰਸ ਆਫ ਵੇਲਜ਼, ਕੂਕਾ ਅੰਦੋਲਨ ਚੱਲ ਰਿਹਾ ਪੰਜਾਬ ਦੇ ਵਿੱਚ ਉਦੋਂ, ਠੀਕ ਹੈ, ਕੂਕਾ ਅੰਦੋਲਨ। ਅੱਗੇ ਆ ਗਈ ਜੀ ਗੱਲ ਹੁਣ ਲਾਰਡ ਲਿਟਨ ਦੀ। ਲਾਰਡ ਲਿਟਨ, ਇਹਦਾ ਕਾਰਜਕਾਲ 1876 ਤੋਂ 1880। ਮਹਾਰਾਣੀ ਵਿਕਟੋਰੀਆ ਨੂੰ ਕੇਸਰ ਹਿੰਦ ਦਾ ਖਿਤਾਬ ਦਿੱਤਾ ਗਿਆ। ਅਤੇ ਵਰਨਾਕੁਲਰ ਪ੍ਰੈਸ ਐਕਟ 1878 ਦੇ ਵਿੱਚ, ਇਹ ਲਾਰਡ ਲਿਟਨ ਦੇ ਸਮੇਂ। ਕਿਹੜਾ? ਵਰਨਾਕੁਲਰ ਪ੍ਰੈਸ ਐਕਟ 1878। ਡਿਟੇਲ ਦੇ ਵਿੱਚ ਕੱਲ੍ਹ ਜਿਹੜੀ ਮੈਰਾਥਨ ਕੱਲ੍ਹ ਵਾਲੀ ਕਲਾਸ ਆ, ਮੈਂ ਵਾਰ ਕਹਿੰਦਾ ਮਿਸ ਨਹੀਂ ਕਰਨੀ, ਉੱਥੇ ਡਿਟੇਲ 'ਚ ਪੜ੍ਹਾਂਗੇ ਵੀ ਕਿੱਥੇ ਕੀ ਗੱਲ। ਮੈਂ ਹੁਣ ਕਿਉਂਕਿ ਇਹ ਹੁਣ ਗਵਰਨਰ ਜਨਰਲ ਨੇ, ਗਵਰਨਰ ਜਨਰਲ ਅਤੇ ਵਾਇਸਰਾਏ ਜ਼ਿਆਦਾ ਨੇ, ਉਹਨਾਂ ਦੇ ਮੋਟੇ ਮੋਟੇ ਕੰਮ ਤੁਹਾਨੂੰ ਗਿਣਾ ਰਿਹਾ, ਠੀਕ ਹੈ ਨਾ। ਜਿਹੜੀ ਮੋਟੀ ਮੋਟੀ ਗੱਲ ਨਿਕਲ ਕੇ ਆ ਰਹੀ ਹੈ, ਜਿੱਥੋਂ ਸਵਾਲ ਬਣਦੇ ਆ, ਡਿਟੇਲ 'ਚ ਆਪਾਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਪੜ੍ਹ ਲਾਂਗੇ। ਅਤੇ ਤੁਸੀਂ ਹੁਣ ਉਹ ਮਤਲਬ ਉੱਧਰ ਨੂੰ ਨਹੀਂ ਜਾਣਾ ਵਾਲਾ, ਹੈ ਨਾ। ਵੈਸੇ ਕਿ ਇਹਦੇ ਵੱਲ ਧਿਆਨ ਦਿਓ। ਅਤੇ ਲਾਰਡ ਰਿਪਨ 1880 1884। ਪਹਿਲਾ ਫੈਕਟਰੀ ਕਾਨੂੰਨ 1881, ਜੋ ਕਿ ਬਾਲ ਕਿਰਤ 'ਤੇ ਰੋਕ ਲਗਾਉਂਦਾ ਸੀ। ਸਥਾਨਕ ਸਵੈ ਸਰਕਾਰ ਕਾਨੂੰਨ ਪਾਸ ਹੋਇਆ ਹੈਗਾ, ਠੀਕ ਹੈ ਜੀ, ਇਹਦੇ ਸਮੇਂ। ਅਤੇ ਪਹਿਲਾ ਫੈਕਟਰੀ ਕਾਨੂੰਨ ਜੋ ਬਾਲ ਮਜ਼ਦੂਰੀ 'ਤੇ ਰੋਕ ਲਾਉਂਦਾ ਸੀਗਾ, ਜਿਹੜਾ ਪਹਿਲਾ ਫੈਕਟਰੀ ਕਾਨੂੰਨ ਜਿਹੜਾ ਬਾਲ ਮਜ਼ਦੂਰੀ 'ਤੇ ਰੋਕ ਲਗਾਉਂਦਾ ਸੀ, ਕਿਹਦੇ ਸਮੇਂ ਲਾਗੂ ਹੋਇਆ? ਲਾਰਡ ਰਿਪਨ ਦੇ ਸਮੇਂ, ਠੀਕ ਹੈ ਜੀ। ਸਥਾਨਕ ਸਵੈ ਸ਼ਾਸਨ ਕਾਨੂੰਨ ਪਾਸ ਹੋਇਆ। ਸਥਾਨਕ ਸਵੈ ਸ਼ਾਸਨ, ਅਤੇ ਸਥਾਨਕ ਸਵੈ ਸ਼ਾਸਨ ਦਾ ਪਿਤਾਮਾ ਕਿਹਨੂੰ ਕਿਹਾ ਜਾਂਦਾ ਜੀ? ਲਾਰਡ ਰਿਪਨ ਨੂੰ। ਇਹ ਕੀ ਸੀਗਾ ਇਹਨਾਂ ਦਾ? ਪਾਪਾ। ਸਥਾਨਕ ਸਵੈ ਸ਼ਾਸਨ ਦਾ ਪਾਪਾ ਕਿਹਨੂੰ ਕਿਹਾ ਜਾਂਦਾ? ਲਾਰਡ ਰਿਪਨ ਨੂੰ। ਅੱਛਾ ਜੀ, ਲਾਰਡ ਡਫਰਿਨ। ਲਾਰਡ ਡਫਰਿਨ ਦਾ ਨਾਂ ਆ, ਠੀਕ ਆ, ਉਹ ਨਾ ਸਮਝ ਲਓ ਵੀ ਕਿਤੇ ਡਫਰੀ ਸੀਗਾ ਇਹ। ਆਹੋ, 1884 ਤੋਂ 1888, 4 ਸਾਲ ਰਿਹਾ। ਮਹਾਨ ਕੰਮ ਕਿਹੜਾ ਹੋ ਗਿਆ ਇਹਦੇ ਸਮੇਂ? ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ। ਇੰਡੀਅਨ ਨੈਸ਼ਨਲ ਕਾਂਗਰਸ 1885 ਦੇ ਵਿੱਚ। ਅਤੇ ਲਾਰਡ ਅੱਗੇ ਜੀ ਗੱਲ ਆ ਗਈ ਲਾਰਡ ਲੈਂਸਡਾਊਨ, ਦੂਜਾ ਫੈਕਟਰੀ ਕਾਨੂੰਨ। ਦੇਖੋ ਪਹਿਲਾ ਕਿਹਦੇ ਸਮੇਂ ਹੋਇਆ? ਲਾਰਡ ਰਿਪਨ ਦੇ ਸਮੇਂ, ਠੀਕ ਹੈ। ਔਰ ਦੂਜਾ ਫੈਕਟਰੀ ਕਾਨੂੰਨ ਆ ਜਿਹੜਾ, ਉਹ ਇਹਦੇ ਸਮੇਂ ਲਾਗੂ ਹੋਇਆ। ਵੈਸੇ ਤਾਂ ਸ਼ਾਇਦ ਇਹ ਨਹੀਂ ਸਵਾਲ ਪੁੱਛਦੇ, ਫਿਰ ਵੀ ਦੂਜਾ ਫੈਕਟਰੀ ਕਾਨੂੰਨ 1891। ਇੰਡੀਅਨ ਕਾਊਂਸਲ ਐਕਟ 1892। ਕਈ ਵਾਰੀ ਪੁੱਛ ਵੀ ਲੈਂਦੇ, ਬਾਅਦ 'ਚ ਮੈਨੂੰ ਗਾਲਾਂ ਕੱਢੀ ਜਾਓਗੇ, ਹੈ ਨਾ। ਪੜ੍ਹ ਲਓ, ਇਹ ਪੇਪਰ ਪਾਉਣ ਵਾਲੇ ਦਾ ਕੋਈ ਪਤਾ ਨਹੀਂ ਕਿੱਧਰ ਨੂੰ ਵਗ ਜੇ। ਓਹੋ, ਇੱਕ ਮਿੰਟ। ਲਓ ਵੀ, ਲਾਰਡ ਏਲਗਨ ਦੂਜਾ। ਚਾਪੇਕਰ ਭਰਾਵਾਂ ਦੁਆਰਾ 2 ਅੰਗਰੇਜ਼ ਅਧਿਕਾਰੀਆਂ ਦੀ ਹੱਤਿਆ ਹੋ ਗਈ ਇਹਦੇ ਸ਼ਾਸਨ ਕਾਲ ਦੇ ਵਿੱਚ, 1894 ਤੋਂ 99। ਓਕੇ ਜੀ। ਲੈ ਵੀ ਹੁਣ ਆਪਾਂ ਪਹੁੰਚ ਗਏ ਹਾਂ ਲਾਰਡ ਕਰਜ਼ਨ ਦੇ ਸ਼ਾਸਨ ਕਾਲ ਦੇ ਵਿੱਚ। ਇਹ ਬੰਦਾ ਜਿਹੜਾ ਲਾਰਡ ਕਰਜ਼ਨ,
ਇਹਨੇ ਫਿਰਕਾ ਪ੍ਰਸਤੀ ਫੈਲਾਈ ਪੂਰੀ। ਫਿਰਕੂਵਾਦ ਦਾ ਇਹ ਮਤਲਬ ਇੱਕ ਤਰ੍ਹਾਂ ਦਾ ਕਹਿ ਲਓ ਵੀ ਮੋਢੀ ਪੂਰਾ ਇਹ ਫਿਰਕੂਪੁਣਾ ਇਹਨੇ ਪੂਰਾ ਫੈਲਾਇਆ। ਕਿੱਥੇ? ਬੰਗਾਲ ਦੇ ਵਿੱਚ। ਬੰਗਾਲ ਦੀ ਇਹਨੇ ਵੰਡ ਕਰਤੀ 1805 ਦੇ ਵਿੱਚ। ਇਹ ਜਾਤੀਆਂ ਦੇ ਆਧਾਰ 'ਤੇ ਹੀ ਕਰੀ ਸੀ। ਲੋਕ ਰਲ ਮਿਲ ਕੇ ਰਹਿਣਾ ਚਾਹੁੰਦੇ ਸੀ। ਫਿਰ ਬੰਗਾਲ ਦੇ ਲੋਕਾਂ ਨੇ ਕਾਲਾ ਦਿਵਸ ਮਨਾਇਆ ਉਦੋਂ, ਕਾਲਾ ਦਿਵਸ, ਬਲੈਕ ਡੇ, ਬੰਗਾਲ ਵੰਡ ਵਾਲੇ ਦਿਨ ਨੂੰ। ਠੀਕ ਆ। ਬੰਗਾਲ ਦੀ ਵੰਡ ਆ ਜਿਹੜੀ 1805 ਦੇ ਵਿੱਚ ਹੋਈ ਅਤੇ ਬਾਅਦ ਵਿੱਚ ਇਹਨੂੰ 1905 ਦੇ ਵਿੱਚ ਹੋਈ। 1911 ਦੇ ਵਿੱਚ ਬੰਗਾਲ ਵਿਭਾਜਨ ਨੂੰ ਰੱਦ ਕਰ ਦਿੱਤਾ ਗਿਆ ਸੀ। ਅੱਗੇ ਪੜ੍ਹਾਂਗੇ ਉਹ। ਅਤੇ ਇਹ ਐਕਟ ਇਹਨੇ ਪਾਸ ਕਰਤਾ ਜੀ। ਐਨੀਸੈਂਟ ਮਾਊਂਟੇਨ ਐਕਟ 1904 ਇਹਦੇ ਸਮੇਂ ਪਾਸ ਹੋਇਆ। ਇੰਡੀਅਨ ਯੂਨੀਵਰਸਿਟੀਜ਼ ਐਕਟ 1904 ਇਹਦੇ ਸਮੇਂ ਪਾਸ ਹੋਇਆ। ਕਲਕੱਤਾ ਕਾਰਪੋਰੇਸ਼ਨ ਐਕਟ ਇਹਦੇ ਸਮੇਂ ਪਾਸ ਹੋਇਆ 1999। ਔਰ ਅੱਗੇ ਆ ਗਿਆ ਜੀ ਲਾਰਡ ਮਿੰਟੋ ਦੂਜਾ। ਠੀਕ ਹੈ। ਇਹ 1905 ਤੋਂ 1910 ਜਦੋਂ ਇਹਨੇ ਬੰਗਾਲ ਦੀ ਕਰਤੀ ਵੰਡ ਲਾਰਡ ਕਰਜ਼ਨ ਨੇ, ਮਾਹੌਲ ਥੋੜ੍ਹਾ ਜਿਹਾ ਗੜਬੜਾ ਆ ਗਿਆ। ਠੀਕ ਹੈ। ਅਤੇ ਫਿਰ ਇਹਨੂੰ ਵਾਪਸ ਬੁਲਾ ਲਿਆ। ਲਾਰਡ ਮਿੰਟੋ ਆ ਗਿਆ ਫਿਰ ਲਾਰਡ ਮਿੰਟੋ ਦੂਜਾ। ਲਾਰਡ ਮਿੰਟੋ ਸੁਧਾਰ ਐਕਟ ਫਿਰ ਜਿਹੜਾ 1909। ਠੀਕ ਹੈ ਜੀ। ਅਤੇ ਕਾਂਗਰਸ ਦੇ ਸੂਰਤ ਸੈਸ਼ਨ ਵਿੱਚ ਨਰਮ ਦਲ ਅਤੇ ਗਰਮ ਦਲ, ਇਹ ਪੂਰੇ ਕਾਂਗਰਸ ਦੀ ਜਿਹੜੀ ਵੰਡ ਆ ਮਤਲਬ ਦੋ ਧੜਿਆਂ 'ਚ ਟੁੱਟ ਗਈ ਕਾਂਗਰਸ। ਕਿਹੜੇ ਸੈਸ਼ਨ ਦੇ ਵਿੱਚ? ਉਹ ਸੂਰਤ ਸੈਸ਼ਨ ਦੇ ਵਿੱਚ 1907 ਦੇ ਵਿੱਚ। ਕੀ ਹੋਇਆ? ਨਰਮ ਦਲ, ਗਰਮ ਦਲ ਦੋ ਧੜਿਆਂ 'ਚ ਵੰਡੀ ਗਈ। ਕਿਹੜੀ ਪਾਰਟੀ? ਕਾਂਗਰਸ ਪਾਰਟੀ। ਕਿਹਦੇ ਸਮੇਂ? ਲਾਰਡ ਮਿੰਟੋ ਦੇ ਸਮੇਂ। ਕਦੋਂ? 1907 ਦੇ ਵਿੱਚ। ਕਿਹੜਾ ਅਧਿਵੇਸ਼ਨ ਹੋਇਆ ਸੀ? ਸੂਰਤ। ਠੀਕ ਹੈ ਜੀ। ਅਤੇ 1906 ਵਿੱਚ ਮੁਸਲਿਮ ਲੀਗ ਦੀ ਸਥਾਪਨਾ ਹੋਈ। ਮੁਸਲਿਮ ਲੀਗ ਦੀ ਸਥਾਪਨਾ 1906 ਦੇ ਵਿੱਚ ਹੋਈ। 7 ਦੇ ਵਿੱਚ ਹੀ ਫਰਕ ਪੈ ਗਿਆ ਇਹਨਾਂ ਦਾ, ਨਰਮ ਦਲ ਅਤੇ ਗਰਮ ਦਲ ਬਣ ਗਏ। ਇਹ ਗੱਲਾਂ ਲਾਰਡ ਮਿੰਟੋ ਦੇ ਸਮੇਂ ਹੋਈਆਂ ਨੇ, ਯਾਦ ਰੱਖਣਾ। 1905 ਤੋਂ ਲਾਰਡ ਕਰਜ਼ਨ ਦਾ ਨਹੀਂ ਭੁਲੇਖਾ ਖਾਣਾ। ਠੀਕ ਹੈ। ਇਹ ਕਈ ਵਾਰੀ ਐਵੇਂ ਪੁੱਛ ਸਕਦੇ ਆ ਵੀ ਉਦੋਂ ਕੌਣ ਸੀਗਾ ਵਾਇਸਰਾਏ ਜਦੋਂ ਇਹ ਮਤਲਬ ਬੰਗਾਲ ਮੁਸਲਿਮ ਲੀਗ ਦੀ ਸਥਾਪਨਾ ਹੋਈ ਆ, ਜਾਂ ਨਰਮ ਦਲ ਗਰਮ ਦਲ 'ਚ ਵੰਡੀ ਗਈ ਆ ਕਾਂਗਰਸ ਪਾਰਟੀ। ਠੀਕ ਹੈ ਜੀ। ਲਾਰਡ ਹਾਰਡਿੰਗ ਦੂਜਾ ਆ ਗਿਆ 1910 ਅਤੇ 1916। ਬੰਗਾਲ ਵੰਡ ਨੂੰ ਰੱਦ ਕਰਤਾ ਇਹਨੇ। ਇਹ ਕੰਮ ਇਹਨੇ ਵਧੀਆ ਕਰਤਾ। ਕਿਹਨੇ ਕਰਿਆ? ਲਾਰਡ ਹਾਰਡਿੰਗ ਨੇ 1911 ਦੇ ਵਿੱਚ। ਕਲਕੱਤਾ ਤੋਂ ਦਿੱਲੀ ਰਾਜਧਾਨੀ ਬਣ ਗਈ। ਕਿਆ ਬਾਤ ਹੈ। ਇਹ ਹੈਗਾ ਨਾ ਇੰਪੋਰਟੈਂਟ ਸਵਾਲ। ਇਹ ਸਾਰੇ ਸਵਾਲ ਬੜੇ ਹੀ ਘੈਂਟ ਨੇ, ਸਾਰੇ ਹੀ ਸਵਾਲ। ਲਾਰਡ ਹਾਰਡਿੰਗ ਦੂਜੇ ਦੇ ਸਮੇਂ ਇੰਪੋਰਟੈਂਟ ਆ। ਇਹ ਵੀ ਇਹਨੇ ਬੰਗਾਲ ਵਿਭਾਜਨ ਨੂੰ ਰੱਦ ਕਰਦਾ 1911 ਦੇ ਵਿੱਚ। ਕਲਕੱਤਾ ਤੋਂ ਦਿੱਲੀ ਰਾਜਧਾਨੀ ਬਣਾਤੀ। ਕਦੋਂ? ਇਹ ਵੀ 1911 ਦੇ ਵਿੱਚ। ਠੀਕ ਹੈ। ਕਲਕੱਤਾ ਸੀਗੀ ਪਹਿਲਾਂ, ਫਿਰ ਦਿੱਲੀ ਬਣਾਤੀ। ਸ਼੍ਰੀਮਤੀ ਐਨੀ ਬੇਸੈਂਟ ਦੁਆਰਾ ਹੋਮ ਰੂਲ ਲੀਗ ਦੀ ਸਥਾਪਨਾ ਕੀਤੀ। ਇੱਕ ਹੋਰ ਕੌਣ ਸੀ ਇਹਦੇ ਆਪਣੇ ਜਿਹੜਾ ਹੋਮ ਰੂਲ ਨਾਲ ਸੰਬੰਧਿਤ ਆ? ਕੌਣ? ਬਾਲ ਗੰਗਾਧਰ ਤਿਲਕ। ਇਹ ਵੀ ਯਾਦ ਰੱਖਿਓ। ਚਲ ਬਦਲ ਲੈਂਦੇ ਆਪਾਂ, ਰੰਗ ਜੇ ਮੂਹਰੇ ਆਈ ਜਾਂਦੇ ਆ ਕਿ ਨਹੀਂ? ਬਦਲ ਲੈਂਦੇ। ਤੁਸੀਂ ਵੀ ਅੱਕ ਜੇ ਗਏ ਹੋਗੇ ਇੱਕ ਜਿਹੇ ਰੰਗ ਤੋਂ। ਹਾਂਜੀ। ਲਾਰਡ ਚੈਮਸਫੋਰਡ ਆ ਗਿਆ। ਚੈਮਸਫੋਰਡ ਇਹ ਕਦੋਂ ਆ ਗਿਆ ਜੀ? 1916 ਤੋਂ 1921। ਠੀਕ ਹੈ ਜੀ। 5 ਸਾਲ ਰਿਹਾ। ਇਹਦੇ ਸਮੇਂ ਵੀ ਮਹੱਤਵਪੂਰਨ ਘਟਨਾਵਾਂ ਘਟ ਗਈਆਂ। ਇਹਦਾ ਸਵਾਲ ਪਿਛਲੇ PSTET ਦੇ ਵਿੱਚ ਪੁੱਛਿਆ ਹੋਇਆ। ਠੀਕ ਹੈ। ਲਾਰਡ ਚੈਮਸਫੋਰਡ ਦਾ। ਚੈਮਸਫੋਰਡ ਇਹ ਪੁੱਛ ਲਿਆ ਸੀਗਾ ਵੀ ਉਦੋਂ ਭਾਰਤ ਦਾ ਵਾਇਸਰਾਏ ਕੌਣ ਸੀ? ਕਦੋਂ? ਜਦੋਂ ਜਲ੍ਹਿਆਂਵਾਲੇ ਬਾਗ ਦੀ ਘਟਨਾ ਘਟੀ ਆ 1919 ਦੇ ਵਿੱਚ। ਇਹਦੇ ਸਮੇਂ ਕਿਹੜੀਆਂ ਕਿਹੜੀਆਂ ਗੱਲਾਂ ਹੋਈਆਂ ਨੇ? ਹੁਣ ਧਿਆਨ ਦਿਓ। ਰੌਲਟ ਐਕਟ 1919, ਮਾਂਟੇਗੂ ਚੈਮਸਫੋਰਡ ਸੁਧਾਰ ਐਕਟ, ਇਹ ਵੀ ਇਹਦੇ ਸਮੇਂ। ਇਹ ਤਾਂ ਨਾਂ ਤੋਂ ਹੀ ਪਤਾ ਲੱਗ ਜੂ ਤੁਹਾਨੂੰ। ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਆ, ਇੰਪੋਰਟੈਂਟ। ਨਾ ਮਿਲਵਰਤਨ ਅੰਦੋਲਨ ਜਿਹੜਾ ਚੱਲ ਰਿਹਾ ਸੀ, ਇਹ ਇਹਦੇ ਸਮੇਂ। ਖਿਲਾਫਤ ਅੰਦੋਲਨ, ਇਹ ਵੀ ਵੈਰੀ ਵੈਰੀ ਇੰਪੋਰਟੈਂਟ ਆ। ਪਿਛਲੇ PTET ਦੇ ਵਿੱਚ ਇਹ ਪੁੱਛਿਆ ਵੀ ਜਾ ਚੁੱਕਿਆ। ਠੀਕ ਹੈ ਜੀ। ਇਸੇ ਵੀਡੀਓ ਦੇ ਵਿੱਚ ਆਪਾਂ ਖ਼ਤਮ ਕਰਨੇ ਨੇ ਸਾਰੇ ਵਾਇਸਰਾਏ।
ਉਹ ਤਾਂ ਇਹ ਵਿਚਾਰੇ ਖਤਮ ਹੋ ਹੀ ਗਏ, ਕਿਹੜੇ ਬੜਿਆਂ ਦੇ ਮਰ ਮੁੱਕ ਗਏ। ਹੁਣ ਜਾਣਦੀ ਆਪਾਂ ਸਿਲੇਬਸ ਦੇ ਅਕੋਰਡਿੰਗ ਇਹ ਖਤਮ ਕਰਨੇ ਨੇ ਅੱਜ, ਠੀਕ ਆ ਨਾ। ਅੱਗੇ ਆ ਗਿਆ ਜੀ ਲਾਰਡ ਰੀਡਿੰਗ ਚੌਰਾ। ਉਹ ਇਹ ਚੌਰਾ ਨਹੀਂ, ਚੌਰਾ ਚੌਰੀ ਦੀ ਘਟਨਾ ਘਟ ਗਈ ਇਹਦੇ ਸਮੇਂ, ਕਿਤੇ ਇਹਨੂੰ ਲਾਰਡ ਰੀਡਿੰਗ ਨੂੰ ਕੋਈ ਚਿਓ ਐ ਨਾ ਯਾਰ ਕਰੋ ਹੈਂ। ਇਹਦਾ ਕਾਰਜਕਾਲ ਦੇਖੋ ਪਹਿਲਾਂ ਤਾਂ, ਕਾਰਜਕਾਲ ਕਦੋਂ ਆ 1921 1926 ਤੱਕ, ਠੀਕ ਹੈ। ਚੌਰਾ ਚੌਰੀ ਦੀ ਘਟਨਾ ਘਟ ਗਈ ਜੀ 5 ਫਰਵਰੀ 1922 ਨੂੰ। ਚੌਰਾ ਚੌਰੀ ਦੀ ਘਟਨਾ, ਕਿਹੜਾ ਅੰਦੋਲਨ ਚੱਲ ਰਿਹਾ ਸੀ ਇਹ ਸਮੇਂ? 1920 ਦੇ ਵਿੱਚ ਇੱਕ ਅੰਦੋਲਨ ਸ਼ੁਰੂ ਕਰਿਆ ਸੀਗਾ ਮਹਾਤਮਾ ਗਾਂਧੀ ਨੇ, ਅਸਹਿਯੋਗ ਅੰਦੋਲਨ, ਹੈ ਨਾ। ਅਤੇ ਉਦੋਂ ਫਿਰ ਇਹ ਜਦੋਂ ਇਹ ਘਟਨਾ ਘਟ ਗਈ, ਇੱਕ ਭੜਕੀ ਹੋਈ ਜਨਤਾ ਨੇ, ਅੰਦੋਲਨਕਾਰੀਆਂ ਨੇ ਇੱਕ ਥਾਣੇ ਨੂੰ ਅੱਗ ਲਾਤੀ ਪੂਰੀ, ਥਾਣੇ ਨੂੰ ਸਾੜ ਕੇ ਸਵਾਹ ਕਰਤਾ। ਅੰਦਰ ਹੀ ਉਹਦੇ ਮਤਲਬ ਅੰਗਰੇਜ਼ ਪੁਲਿਸ ਵਾਲੇ ਸੀਗੇ ਜਿਹੜੇ ਸੜ ਕੇ ਸਵਾਹ ਹੋ ਗਏ, ਮਰ ਗਏ। ਗਾਂਧੀ ਨੇ ਫਿਰ ਅਫਸੋਸ ਵਜੋਂ ਉਦੋਂ ਇਹ ਅਸਹਿਯੋਗ ਅੰਦੋਲਨ ਜਿਹੜਾ ਵਾਪਸ ਲੈ ਲਿਆ। ਅਤੇ ਇਹਨਾਂ ਨੇ ਬਹੁਤ ਮਤਲਬ ਜ਼ੋਰ ਲਾਇਆ ਉਦੋਂ ਹੋਰ ਪਾਰਟੀਆਂ ਨੇ ਵੀ ਨਾ ਤੂੰ ਇਹ ਕੰਮ ਨਾ ਕਰ, ਕਿਉਂਕਿ ਬਹੁਤ ਸਾਰੇ ਲੋਕ ਆਪਣੇ ਨੌਕਰੀਆਂ, ਕੰਮ ਕਾਜ, ਸਕੂਲ ਕਾਲਜ ਛੱਡ ਕੇ ਅਸਹਿਯੋਗ ਅੰਦੋਲਨ ਦਾ ਹਿੱਸਾ ਬਣੇ ਹੋਏ ਸੀ। ਇੰਨਾ ਜ਼ਿਆਦਾ ਜੋਸ਼ ਸੀ ਉਦੋਂ ਲੋਕਾਂ ਦੇ ਵਿੱਚ, ਪਰ ਗਾਂਧੀ ਨੇ ਕਿਸੇ ਦੀ ਸੁਣੀ ਨਹੀਂ। ਇਹ ਅੰਦੋਲਨ ਹੈ ਜਿਹੜਾ ਵਾਪਸ ਲੈ ਲਿਆ। ਫਿਰ ਕੀ ਹੋਇਆ, CR ਦਾਸ ਅਤੇ ਮੋਤੀ ਲਾਲ ਨਹਿਰੂ ਨੇ ਅਲੱਗ ਪਾਰਟੀ ਦੀ ਸਥਾਪਨਾ ਕਰਤੀ ਜਿਹਦਾ ਨਾਂ ਸਵਰਾਜ ਪਾਰਟੀ ਸੀ 1922 ਦੇ ਵਿੱਚ। ਚੌਰਾ ਚੌਰੀ ਦੀ ਘਟਨਾ ਤੋਂ ਬਾਅਦ ਸਵਰਾਜ ਪਾਰਟੀ ਦੀ ਸਥਾਪਨਾ ਕਰਤੀ ਮੋਤੀ ਲਾਲ ਨਹਿਰੂ ਨੇ, ਜਾਣਦੀ ਜਵਾਹਰ ਲਾਲ ਨਹਿਰੂ ਦਾ ਪਿਓ ਆ ਇਹ, ਠੀਕ ਆ, ਪਾਪਾ ਜਵਾਹਰ ਲਾਲ ਨਹਿਰੂ ਦਾ। CR ਦਾਸ, ਇਹਨਾਂ ਦੋਨਾਂ ਨੇ ਮਿਲ ਕੇ ਸਥਾਪਨਾ ਕਰਤੀ ਸਵਰਾਜ ਪਾਰਟੀ ਦੀ, ਠੀਕ ਆ ਨਾ। ਗਾਂਧੀ ਨਾਲੋਂ ਅੱਡ ਹੋ ਗਏ ਇੱਥੇ 1922 ਦੇ ਵਿੱਚ, ਠੀਕ ਹੈ ਜੀ। ਅਤੇ ਲਾਰਡ ਇਰਵਨ 1926 ਤੋਂ 1931, ਸਾਈਮਨ ਕਮਿਸ਼ਨ ਦਾ ਭਾਰਤ ਆਉਣਾ 1928 ਦੇ ਵਿੱਚ ਭਾਰਤ ਆਇਆ, ਠੀਕ ਆ। ਅਤੇ ਅਗਰ ਭਾਰਤੀਆਂ ਨੇ ਇਹਦਾ ਵਿਦਰੋਹ ਕੀਤਾ ਕਿਉਂਕਿ ਇਹਦੇ ਜਿਹੜੇ ਸਾਰੇ ਮੈਂਬਰ ਸੀ, 7 ਮੈਂਬਰ ਸੀ, ਉਹ ਅੰਗਰੇਜ਼ ਹੀ ਸੀਗੇ, ਕਹਿੰਦੇ ਇਹਦੇ ਅੰਗਰੇਜ਼ ਹੀ ਮੈਂਬਰ ਸੀ, ਇਸ ਕਰਕੇ ਭਾਰਤੀ ਨੇ ਵਿਦਰੋਹ ਕਰਿਆ। ਅਤੇ ਕਾਂਗਰਸ ਦਾ ਲਾਹੌਰ ਸੈਸ਼ਨ 1929, ਜਦੋਂ ਕਹਿੰਦੇ ਪੂਰਨ ਸਵਰਾਜ ਦੀ ਮੰਗ ਕੀਤੀ ਗਈ ਆ, ਲਾਹੌਰ ਸੈਸ਼ਨ ਜਦੋਂ ਪੂਰਨ ਸਵਰਾਜ ਦੀ ਮੰਗ ਕੀਤੀ ਆ। ਪੂਰਨ ਸਵਰਾਜ ਦੀ ਮੰਗ ਕਦੋਂ ਕੀਤੀ ਗਈ ਜਾਂ ਕਿਹੜੇ ਸੈਸ਼ਨ ਦੇ ਵਿੱਚ ਕੀਤੀ ਗਈ? ਲਾਹੌਰ ਸੈਸ਼ਨ ਦੇ ਵਿੱਚ ਕੀਤੀ ਗਈ 1929 ਦੇ ਵਿੱਚ ਕੀਤੀ ਗਈ, ਕਾਂਗਰਸ ਦੁਆਰਾ ਕੀਤੀ ਗਈ। ਕਿੰਨੇ ਸਵਾਲ ਬਣ ਗਏ? 4-5 ਸਵਾਲ ਹੋ ਗਏ ਨੇ ਇੱਕ ਲਾਈਨ ਤੋਂ। ਗਾਂਧੀ ਇਰਬਨ ਸਮਝੌਤਾ 5 ਮਾਰਚ 1931, ਇਹਦੀ ਮੈਂ ਫੋਟੋ ਵੀ ਪਾਈ ਸੀ ਗਰੁੱਪ 'ਚ, ਠੀਕ ਹੈ। ਲਾਰਡ ਇਰਬਨ ਦੇ ਨਾਲ ਜਿਹੜੀ ਮਹਾਤਮਾ ਗਾਂਧੀ ਦਾ ਜਿਹੜਾ ਸਮਝੌਤਾ, ਜਦੋਂ ਹੁਣ ਇਹਦਾ ਚੱਲ ਰਿਹਾ ਇਹਦੇ ਨਾਲ ਹੀ ਸਮਝੌਤਾ ਹੋਣਾ ਸੀ, ਠੀਕ ਆ। ਅਤੇ ਡਾਂਡੀ ਮਾਰਚ ਇਹ ਕਦੋਂ ਸ਼ੁਰੂ ਕਰਤਾ ਗਾਂਧੀ ਜੀ ਨੇ? ਇਹ ਕਰਿਆ ਜੀ 22 ਮਾਰਚ 1930 ਨੂੰ, 22 ਮਾਰਚ 1930 ਨੂੰ। ਅੱਗੇ ਆ ਗਿਆ ਜੀ ਲਾਰਡ ਵਿਲਿੰਗਡਨ, ਇਹ ਆ ਗਿਆ ਜੀ 1931 1936। ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰੈਮਜੇ ਮੈਕਡੋਨਲਡ ਦੁਆਰਾ ਕਮਿਊਨਲ ਅਵਾਰਡ ਦੀ ਘੋਸ਼ਣਾ ਹੋ ਗਈ ਉਦੋਂ। ਪੂਨਾ ਪੈਕਟ, ਇਹਦੇ ਸਮੇਂ ਹੈ ਗੌਰਮੈਂਟ ਆਫ ਇੰਡੀਆ ਐਕਟ। ਆਹ ਜਿਹੜਾ ਇੰਪੋਰਟੈਂਟ ਸਵਾਲ ਬਣਦਾ ਲਾਰਡ ਵਿਲਿੰਗਡਨ ਦੇ ਸਮੇਂ, ਠੀਕ ਹੈ। ਪੂਨਾ ਪੈਕਟ ਵੀ ਔਰ ਗੌਰਮੈਂਟ ਆਫ ਇੰਡੀਆ ਐਕਟ 1935। ਲਾਰਡ ਵਿਲਿੰਗਡਨ ਦਾ ਕਾਰਜਕਾਲ ਹੈ ਜੀ 1931 ਤੋਂ 36। ਔਰ ਜੇ 35 ਦੀ ਗੱਲ ਆ ਗਈ ਤਾਂ ਤੁਸੀਂ ਯਾਦ ਰੱਖ ਲੈਣਾ ਵੀ ਉਦੋਂ ਜਿਹੜਾ ਵਾਇਸਰਾਏ ਆ ਉਹ ਲਾਰਡ ਵਿਲਿੰਗਡਨ ਆ। ਕੌਣ ਆ ਜੀ? ਲਾਰਡ ਵਿਲਿੰਗਡਨ। ਅਤੇ ਅੱਗੇ ਹਾਂਜੀ, ਜਿਹੜਾ ਦੇਖੋ ਆਪਾਂ ਲਾਰਡ ਵਿਲਿੰਗਟਨ ਤੱਕ ਪੜ੍ਹਿਆ, ਅਤੇ 2-3 ਤੁਸੀਂ ਉਹ ਵੈਸੇ ਨੋਟ ਕਰ ਲਓ। ਅਤੇ ਲਾਰਡ ਲਿਨ ਨਿਥਗੋ, ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ। ਲਾਰਡ ਲਿਨ
ਲਿਥਗੋ, ਠੀਕ ਹੈ ਜੀ। ਇਹਦਾ ਕਾਰਜਕਾਲ 1936 ਤੋਂ 1943, ਠੀਕ ਹੈ ਜੀ। ਜਿਹੜੀਆਂ ਮੇਨ ਗੱਲਾਂ ਹੋਈਆਂ 1936 ਤੋਂ 43 ਦੇ ਦੌਰਾਨ ਲਾਰਡ ਲਿਨਲਿਥਗੋ ਦੇ ਸਮੇਂ, ਉਹ ਕੀ ਹੋਈਆਂ ਨੇ? ਇੱਕ ਤਾਂ ਜੀ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ 1 ਸਤੰਬਰ 1939 ਨੂੰ, ਠੀਕ ਹੈ। 1 ਸਤੰਬਰ 1939 ਨੂੰ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ, ਅਤੇ 1 ਮਈ 1939 ਨੂੰ 1 ਮਈ 1939 ਨੂੰ ਕੀ ਹੋਇਆ ਜੀ? ਸੁਭਾਸ਼ ਚੰਦਰ ਬੋਸ ਨੇ ਫਾਰਵਰਡ ਬਲਾਕ ਨਾਮ ਦੀ ਇੱਕ ਨਵੀਂ ਪਾਰਟੀ ਸ਼ੁਰੂ ਕਰ ਲਈ, ਠੀਕ ਹੈ ਜੀ। ਇਹਨਾਂ ਦਾ ਵੀ ਅਪਮਾਨ ਕਰਤਾ ਸੀ ਕਾਂਗਰਸ ਨੇ, ਅਤੇ ਇਹਨਾਂ ਨੇ ਫਿਰ ਫਾਰਵਰਡ ਬਲਾਕ ਨਾਂ ਦੀ ਨਵੀਂ ਪਾਰਟੀ ਦੀ ਜਿਹੜੀ ਸਥਾਪਨਾ ਕਰਤੀ ਸੀ। ਅਤੇ 1940 ਦੇ ਵਿੱਚ ਮੁਸਲਿਮ ਲੀਗ ਨੇ ਲਾਹੌਰ ਅਧਿਵੇਸ਼ਨ 'ਚ ਕਾਂਗਰਸ ਦੀ ਮੰਗ ਕਰੀ ਸੀ, ਪਾਕਿਸਤਾਨ ਦੀ ਮੰਗ ਕਰੀ ਸੀ ਪਹਿਲੀ ਵਾਰੀ। ਮੁਸਲਿਮ ਲੀਗ ਨੇ ਪਾਕਿਸਤਾਨ ਦੀ ਮੰਗ 1940 ਦੇ ਵਿੱਚ, ਇਹ ਇਹਨਾਂ ਦਾ ਕਾਲ ਹੀ ਹੈ ਨਾ ਲਾਰਡ ਲਿਨਲਿਥਗੋ ਦਾ। ਅਤੇ ਹੋਰ ਕੀ ਹੋਇਆ ਸੀਗਾ ਜੀ? ਇੱਕ ਮਿਸ਼ਨ ਆਇਆ ਸੀ 1942 ਦੇ ਵਿੱਚ। ਕਿਹੜਾ ਸੀਗਾ ਮਿਸ਼ਨ? ਉਹ ਕ੍ਰਿਪਸ ਮਿਸ਼ਨ ਆਇਆ ਸੀ ਨਾ 1942 ਦੇ ਵਿੱਚ। ਅਤੇ 8 ਅਗਸਤ 1940 ਨੂੰ ਅਗਸਤ ਪ੍ਰਸਤਾਵ ਪੇਸ਼ ਹੋਇਆ ਸੀਗਾ, ਅੰਗਰੇਜ਼ਾਂ ਦੁਆਰਾ ਲਿਆਂਦਾ ਗਿਆ ਸੀਗਾ ਇਹ। ਅਤੇ ਉਸ ਤੋਂ ਬਾਅਦ ਜੀ 9 ਅਗਸਤ 1942 ਨੂੰ ਕਾਂਗਰਸ ਨੇ ਭਾਰਤ ਛੱਡੋ ਅੰਦੋਲਨ ਸ਼ੁਰੂ ਕਰਤਾ ਸੀ। 9 ਅਗਸਤ 1942 ਨੂੰ। ਅਤੇ 1943 ਨੂੰ ਬੰਗਾਲ ਦੇ ਵਿੱਚ ਭਿਆਨਕ ਅਕਾਲ ਪੈ ਗਿਆ ਸੀ। ਇਹ ਇੰਨੀਆਂ ਘਟਨਾਵਾਂ ਹੋਈਆਂ ਲਾਰਡ ਲਿਨਲਿਥਗੋ ਦੇ ਸਮੇਂ। ਅੱਗੇ ਹੀ ਲਾਰਡ ਆ ਗਿਆ ਜਿਹੜਾ ਲਾਰਡ ਵੈਵਲ, ਇਹਦਾ ਸਮਾਂ ਹੈਗਾ ਜੀ 1949 ਤੋਂ ਮੇਰੇ ਖਿਆਲ ਇਹਦੇ 'ਚ ਥੋੜ੍ਹਾ ਕਨਫਿਊਜ਼ਨ ਆ, ਇਹ 45 ਤੋਂ ਸੀ, ਮਤਲਬ 45 ਤੋਂ 47 ਤੱਕ ਰਿਹਾ ਹੈ, ਠੀਕ ਆ। ਲਾਰਡ ਵੈਵਲ 1945 'ਚ ਸਿਮਲਾ ਸਮਝੌਤਾ ਹੋਇਆ ਇਹਦੇ ਸਮੇਂ, ਠੀਕ ਹੈ। ਅਤੇ ਕੈਬਨਿਟ ਮਿਸ਼ਨ ਆਇਆ ਸੀ। ਕੈਬਨਿਟ ਮਿਸ਼ਨ ਕਦੋਂ ਆਇਆ ਸੀ? 1946 ਦੇ ਵਿੱਚ। ਕੈਬਨਿਟ ਮਿਸ਼ਨ ਦੇ ਮੈਂਬਰ ਨੇ ਜਿਹੜੇ ਉਹ ਅਕਸਰ ਹੀ ਪੁੱਛ ਲਏ ਜਾਂਦੇ ਨੇ ਵੀ ਕੈਬਨਿਟ ਮਿਸ਼ਨ ਦੇ ਮੈਂਬਰ ਕਿਹੜੇ ਸੀਗੇ? ਉਹ ਸੀਗੇ ਸਟੇਬੋਰਡ ਕ੍ਰਿਪਸ, ਪੈਂਥਿਕ ਲਾਰੈਂਸ, A.V. ਅਲੈਗਜੈਂਡਰ, ਓਕੇ। ਅਤੇ ਇਹਦੇ ਸਮੇਂ ਹੋਰ ਕੀ ਗੱਲ ਹੋਈ ਸੀ ਮਹੱਤਵਪੂਰਨ, ਜਿਹੜੀ ਵੈਰੀ 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 ਇੰਪੋਰਟੈਂਟ ਗੱਲਬਾਤ ਆ ਜੀ, ਹੈ ਜੀ, ਵੈਰੀ ਵੈਰੀ ਇੰਪੋਰਟੈਂਟ ਹੈ। ਕੀ ਆ? ਉਦੋਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ 20 ਫਰਵਰੀ 1947 ਦੇ ਵਿੱਚ ਘੋਸ਼ਣਾ ਕਰਤੀ ਸੀ। ਅੱਛਾ, ਹੈ ਕੌਣ ਸੀਗਾ ਪ੍ਰਧਾਨ ਮੰਤਰੀ? ਕਲੀਮੈਂਟ ਐਟਲੀ। ਇਹਨੇ ਘੋਸ਼ਣਾ ਕਰਤੀ ਕਿ ਜੂਨ 1948 ਤੱਕ ਕਹਿੰਦਾ ਸਾਰਿਆਂ ਨੂੰ ਆਜ਼ਾਦ ਕਰ ਦਾਂਗੇ ਭਾਰਤੀਆਂ ਨੂੰ। ਕਦੋਂ ਤੱਕ? ਜੂਨ 1948 ਤੱਕ ਸਾਰੇ ਭਾਰਤੀਆਂ ਨੂੰ ਕਹਿੰਦਾ ਆਜ਼ਾਦ ਕਰ ਦਾਂਗੇ, ਨਜ਼ਾਰੇ ਲੁੱਟਿਓ ਕਹਿੰਦਾ, ਠੀਕ ਹੈ। ਅਤੇ ਉਸ ਤੋਂ ਬਾਅਦ ਆ ਗਿਆ ਜੀ ਲਾਸਟ, ਜਿਹਨੂੰ ਸੁਤੰਤਰ ਭਾਰਤ ਦਾ ਪ੍ਰਥਮ ਗਵਰਨਰ ਜਨਰਲ ਕਿਹਾ ਜਾਂਦਾ ਹੈ। ਉਹ ਕੌਣ ਹੈ ਜੀ? ਗਵਰਨਰ ਜਨਰਲ, ਸੁਤੰਤਰ ਭਾਰਤ ਦਾ ਪਹਿਲਾ ਗਵਰਨਰ ਜਨਰਲ ਲਾਰਡ ਮਾਊਂਟਬੈਟਨ, ਠੀਕ ਹੈ ਜੀ, ਲਾਰਡ ਮਾਊਂਟਬੈਟਨ। ਅਤੇ 3 ਜੂਨ ਨੂੰ 1947 ਨੂੰ ਮਾਊਂਟਬੈਟਨ ਯੋਜਨਾ ਦੀ ਘੋਸ਼ਣਾ ਕੀਤੀ ਸੀਗੀ, ਠੀਕ ਹੈ। ਅਤੇ ਆਜ਼ਾਦ ਭਾਰਤ ਬਾਰੇ ਗੱਲਬਾਤ ਸੀ ਉਹਦੇ 'ਚ, ਵੀ ਉਹਦੀ ਕੋਈ ਯੋਜਨਾਬੰਦੀ ਸੀ। ਅਤੇ 4 ਜੁਲਾਈ 1947 ਨੂੰ ਬ੍ਰਿਟਿਸ਼ ਭਾਰਤ 'ਚ ਐਟਲੀ ਨੇ
ਲਾਰਡ ਐਟਲੀ, ਕਲੀਮੈਂਟ ਐਟਲੀ ਸੀਗਾ ਜਿਹੜਾ, ਉਹਨੇ ਸੁਤੰਤਰ ਵਿਧਾਇਕ ਪ੍ਰਸਤੁਤ ਕੀਤਾ ਸੀਗਾ। ਅਤੇ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ ਅਤੇ ਪ੍ਰਥਮ ਗਵਰਨਰ ਜਨਰਲ ਸੁਤੰਤਰ ਭਾਰਤ ਦਾ ਇਹਨੂੰ ਮਤਲਬ ਮਾਣੂ ਹਾਸਲ ਹੋਇਆ ਲਾਰਡ ਮਾਊਂਟਬੈਟਨ ਨੂੰ। ਮਾਊਂਟਬੈਟਨ ਪ੍ਰਥਮ ਗਵਰਨਰ ਜਨਰਲ ਸੁਤੰਤਰ ਭਾਰਤ ਦਾ, ਸੁਤੰਤਰ ਭਾਰਤ ਦਾ ਪਹਿਲਾ ਅਤੇ ਆਖਰੀ ਭਾਰਤੀ ਗਵਰਨਰ ਜਨਰਲ ਸੀਗਾ ਜਿਹੜਾ, ਸੁਤੰਤਰ ਭਾਰਤ ਦਾ ਪਹਿਲਾ ਅਤੇ ਆਖਰੀ ਭਾਰਤੀ ਗਵਰਨਰ ਜਨਰਲ। ਵੈਸੇ ਆਖਰੀ ਅੰਗਰੇਜ਼ਾਂ ਵੱਲੋਂ ਲਾਰਡ ਮਾਊਂਟਬੈਟਨ ਸੀ, ਪਰ ਸੁਤੰਤਰ ਭਾਰਤ ਦਾ ਪਹਿਲਾ ਭਾਰਤੀ ਅਤੇ ਆਖਰੀ ਗਵਰਨਰ ਜਨਰਲ ਕੌਣ ਸੀਗਾ ਜੀ? ਦੱਸੋ। ਚੱਕਰਾਂ 'ਚ ਪੈ ਗਏ? ਲਓ ਜੀ, ਕੱਢਤੇ ਚੱਕਰਾਂ 'ਚੋਂ ਆਪਾਂ। ਚੱਕਰਵਾਤੀ ਰਾਜ ਗੋਪਾਲਾਚਾਰੀਆ। ਠੀਕ ਹੈ ਜੀ। ਸੁਤੰਤਰ ਭਾਰਤ ਦਾ ਪਹਿਲਾ ਭਾਰਤੀ ਅਤੇ ਆਖਰੀ ਭਾਰਤੀ ਇਹੀ ਹੈ ਜੀ, ਚੱਕਰਵਰਤੀ ਰਾਜ ਗੋਪਾਲਾਚਾਰੀਆ। ਕੱਲ੍ਹ ਦੀਆਂ ਮੈਰਾਥਨ ਕਲਾਸਿਸ ਮਿਸ ਨਹੀਂ ਕਰਨੀਆਂ। ਸਾਰੇ ਗਵਰਨਰ ਜਨਰਲ, ਵਾਇਸਰਾਏ ਭਾਰਤ ਦੇ, ਸੁਤੰਤਰ ਭਾਰਤ ਦੇ, ਬੰਗਾਲ ਦੇ ਇੱਕੋ ਵੀਡੀਓ 'ਚ ਆਪਾਂ ਨਿਬੇੜਤੇ। ਠੀਕ ਆ। ਅਤੇ ਜਿਨ੍ਹਾਂ ਨੇ ਪਲੇਲਿਸਟ ਹਜੇ ਤੱਕ ਨਹੀਂ ਦੇਖੀ, ਉਹ ਪਲੇਲਿਸਟ ਦੇਖਣੀ ਸਾਰਿਆਂ ਲਈ ਜ਼ਰੂਰੀ ਆ। ਜਿਹੜੇ ਪਹਿਲਾਂ ਸਵਾਲ ਉਹਦੇ ਵਿੱਚ ਆਏ ਹੋਏ ਨੇ ਉਹ ਵੀ ਸਾਰੇ ਉਹਦੇ ਵਿੱਚ ਨੇ, ਅਤੇ ਪਿਛਲੇ ਸਟੇਟ ਦੇ ਵਿੱਚੋਂ ਬਹੁਤ ਸਾਰੇ ਸਵਾਲ ਉਹਦੇ 'ਚ ਆਏ ਸੀ। ਹੁਣ ਤੁਸੀਂ ਪੜ੍ਹੋਗੇ, ਇਸ ਵਾਰ ਵੀ ਉਹਦੇ 'ਚ ਸਵਾਲ ਆਉਣਗੇ ਲਾਜ਼ਮੀ। ਤੁਸੀਂ ਹੁਣੇ ਨੋਟ ਕਰ ਲਓ, ਲਿਖਾ ਲਓ ਮੈਥੋਂ, ਸਮਝ ਗਏ? ਕਿਉਂਕਿ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਵਿੱਚੋਂ ਹੀ ਆਉਣੇ ਨੇ ਨਾ ਸਵਾਲ। ਜਦੋਂ ਉਹਦੀਆਂ ਆਪਾਂ PDF ਬਣਾ ਕੇ ਤੁਹਾਡੀ ਵੀਡੀਓ ਬਣਾ ਕੇ ਪਾਤੀਆਂ ਸਾਰੀਆਂ, 16 ਵੀਡੀਓ ਨੇ, ਉਹਨੂੰ ਤੁਸੀਂ ਦੇਖ ਸਕਦੇ ਹੋ 5-4 ਘੰਟੇ ਦੇ ਵਿੱਚ। ਦਮ ਲੈ ਕੇ ਚਾਹ ਚੂ ਪੀ ਕੇ ਦੇਖ ਲਿਓ। 2 ਦਿਨ ਨੇ, ਦੱਬ ਕੇ ਝੁੱਟੀ ਲਾ ਲਓ, 2 ਦਿਨ ਘੱਟ ਸੌਂ ਲਿਓ। ਓਕੇ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਵਾਲਾ ਆਈਕਨ ਦੱਬ ਲਓ, ਪਟੱਕ ਦੇਣੇ ਮੱਥੇ 'ਚ ਤੁਹਾਡੇ ਨੋਟੀਫਿਕੇਸ਼ਨ ਵੱਜੇ ਜਦੋਂ ਆਪਣੀ ਵੀਡੀਓ ਆਵੇ। ਕੋਈ ਚੀਜ਼ ਮਿਸ ਨਹੀਂ ਕਰਨੀ। ਕੱਲ੍ਹ ਵਾਲੀਆਂ ਕਲਾਸਾਂ, ਪਰਸੋਂ ਦੀਆਂ ਕਲਾਸਾਂ ਮਿਸ ਨਹੀਂ ਕਰਨੀਆਂ ਕਿਸੇ ਨੇ ਵੀ। ਮੈਰਾਥਨ ਕਲਾਸ ਹੋਊਗੀ, ਸਾਰੀ ਹਿਸਟਰੀ ਦੇ ਫੱਟੇ ਚੱਕ ਦਾਂਗੇ ਉਹਦੇ 'ਚ ਆਪਾਂ। ਅਤੇ ਇਸ ਤੋਂ ਬਾਅਦ ਧੜਾ ਵੀਡੀਓ ਪੈਣ ਜਾ ਰਹੀਆਂ ਨੇ ਹੁਣ। ਠੀਕ ਹੈ ਨਾ। ਅਤੇ ਜਿਹੜੇ ਯਾਤਰੀ ਆਏ ਨੇ, ਜਿਹੜੀਆਂ ਪੁਸਤਕਾਂ ਦੇ ਮਹਾਨ ਲੇਖਕ ਨੇ, ਅਤੇ ਪਹਿਲਾ ਮਤਲਬ ਪ੍ਰਧਾਨ ਮੰਤਰੀ, ਉਪ ਪ੍ਰਧਾਨ ਮੰਤਰੀ, ਪਹਿਲਾ ਰਾਸ਼ਟਰਪਤੀ, ਸਾਰੀਆਂ ਲਗਾਤਾਰ ਇਸ ਤੋਂ ਬਾਅਦ ਵੀਡੀਓ ਤੋਂ ਬਾਅਦ ਵੀਡੀਓ ਆ ਰਹੀ ਆ। ਬਸ ਚੈਨਲ 'ਤੇ ਬੈਠੇ ਰਹੋ। ਖੋਲ੍ਹ ਕੇ ਆਏ ਆਪਣਾ ਮਿਸਟਰ ਐਜੂਕੇਸ਼ਨ ਚੈਨਲ ਨੂੰ, ਬੈਠੇ ਰਹਿਣਾ, ਪਲਕ ਨਹੀਂ ਝਪਕਣੀ। ਠੀਕ ਆ। ਪਲਕ ਝਪਕੀ ਆ ਫਿਰ ਦੇਖ ਲਿਓ। ਤੋ ਮੈਂ ਤੁਹਾਡੇ ਤੋਂ ਥੋੜ੍ਹੇ ਕੁ ਸਮੇਂ ਵਾਸਤੇ ਮਤਲਬ ਵਿਦਾ ਲੈਣਾ। ਅਗਲੀ ਵੀਡੀਓ 'ਚ ਆਪਾਂ ਮਿਲਦੇ ਹਾਂ। ਓਕੇ। ਸੋ ਥੈਂਕ ਯੂ ਐਂਡ ਗੁੱਡ ਈਵਨਿੰਗ।